ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਹੋਵੇ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ। ਪਤਿਤ ਉਦਾਹਰਣ ਪਾਰ ਬ੍ਰਹਮ ਸੰਤ ਵੇਦ ਕਹੰਦਾ। ਭਗਤ ਵਛਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ। ਨਾਨਕ ਜਾਚੈ ਏਕ ਨਾਮ ਮਨ ਤਨ ਭਾਵੰਦਾ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਸਰੂਪ ਸਾਧ ਸੰਗਤ ਜੀ, ਆਦਬ ਸਤਿਕਾਰ ਸਹਿਤ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਗੁਰਫਤਿਹ ਦੀ ਸਾਂਝ ਪਾਓ। ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਨੂੰ ਸੀਸ ਝੁਕਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਨ੍ਹਾਂ ਦੇ ਪਵਿੱਤਰ ਜੀਵਨ ਦੀ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਆਪ ਜੀ ਨੇ ਸਰਵਣ ਕੀਤਾ ਸੀ ਕੱਲ੍ਹ ਵੀ ਕਿਸ ਤਰ੍ਹਾਂ ਮਹਾਂਪੁਰਖ ਇੱਕ ਮਟੀ ਦੇ ਅੰਦਰ 7 ਦਿਨ ਤੋਂ ਬਿਨਾਂ ਕੁਝ ਖਾਦਿਆਂ ਪੀਤਿਆਂ ਭਜਨ ਬੰਦਗੀ ਦੇ ਵਿੱਚ ਜੁੜੇ ਹੋਏ ਸੀ। ਤੋ ਜਿਸ ਸਤਿਕਾਰਯੋਗ ਭਾਈ ਨੰਦ ਸਿੰਘ ਦੇ ਘਰ ਮਹਾਂਪੁਰਖ ਸਹਿਜ ਪਾਠ ਦੇ ਭੋਗ 'ਤੇ ਜਾ ਕੇ ਆਏ ਸੀ, ਉਹਨੇ ਜਦੋਂ ਦਰਸ਼ਨ ਕੀਤੇ ਤਾਂ ਮਹਾਂਪੁਰਸ਼ਾਂ ਲਈ ਪ੍ਰਸ਼ਾਦ ਪਾਣੀ ਲੈ ਕੇ ਆਇਆ। ਤਾਂ ਇਸ ਤਰ੍ਹਾਂ ਦੇ ਨਾਲ ਉਹਨੇ 7 ਦਿਨਾਂ ਬਾਅਦ ਮਹਾਂਪੁਰਸ਼ਾਂ ਨੂੰ ਭੋਜਨ ਛਕਾਇਆ। ਸੋ ਸੰਤ ਜਵਾਲਾ ਸਿੰਘ ਜੀ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਅਵਧੂਤ ਮਹਾਤਮਾ ਬਾਬਾ ਕਾਹਨਦਾਸ ਜੀ ਮੰਡੇਰਾਂ ਵਾਲੇ, ਜਿਨ੍ਹਾਂ ਦੇ ਬਚਨਾਂ ਦੇ ਨਾਲ ਮਹਾਂਪੁਰਖਾਂ ਦਾ ਜਨਮ ਹੋਇਆ ਸੀ ਸੰਤ ਬਾਬਾ ਜਵਾਲਾ ਸਿੰਘ ਜੀ ਦਾ, ਵੀ ਉਹਨਾਂ ਦੇ ਦਰਸ਼ਨ ਕੀਤੇ ਜਾਣ। ਮਹਾਂਪੁਰਖਾਂ ਦੇ ਮਨ ਵਿੱਚ ਵਿਚਾਰ ਆਇਆ ਦਰਸ਼ਨਾਂ ਦਾ ਕਿ ਇੱਕਦਮ ਉਸ ਵਕਤ ਧੰਨ ਗੁਰੂ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਦੀਦਾਰ ਹੋਏ, ਦਰਸ਼ਨ ਹੋਏ। ਸਤਿਗੁਰਾਂ ਨੇ ਮਹਾਂਪੁਰਖਾਂ ਨੂੰ ਬੜੇ ਪ੍ਰੇਮ ਨਾਲ ਆਪਣੇ ਗਲੇ ਲਗਾਇਆ ਔਰ ਬਚਨ ਕੀਤਾ ਕਿ ਤੁਹਾਨੂੰ ਹੁਣ ਇੱਥੋਂ ਬਹੁਤਾ ਹੋਰ ਕਿਤੇ ਜਾਣ ਦੀ ਲੋੜ ਨਹੀਂ। ਇੱਥੇ ਜੰਗਲ ਦੇ ਵਿੱਚ ਰਹਿ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਤੁਸੀਂ ਕਰੋ। ਜਗਿਆਸੂ ਜਨ ਤੁਹਾਨੂੰ ਇੱਥੇ ਆ ਕੇ ਮਿਲਣਗੇ। ਇੱਥੇ ਗੁਰੂ ਦਾ ਅਤੁੱਟ ਲੰਗਰ ਚਲਾਓ। ਤੋ ਇਹ ਬਚਨ ਮਹਾਂਪੁਰਖਾਂ ਨੂੰ ਜਿਸ ਵੇਲੇ ਗੁਰੂ ਸਾਹਿਬ ਦਾ ਹੋ ਗਿਆ ਤਾਂ ਫਿਰ ਮਹਾਂਪੁਰਖਾਂ ਨੇ ਕਿਤੇ ਵੀ ਜਾਣ ਦਾ ਵਿਚਾਰ ਜਿਹੜਾ ਸੀ ਉਹ ਤਿਆਗ ਦਿੱਤਾ। ਹਰਖੋਵਾਲ ਦੇ ਦੱਖਣ ਦੇ ਵਿੱਚ ਇਹ ਝਾੜੀਆਂ ਦਾ ਇਲਾਕਾ, ਜੰਗਲ ਦਾ ਇਲਾਕਾ, ਇੱਥੇ ਇੱਕ ਸਾਧੂ ਮੋਤੀ ਰਾਮ ਰਹਿੰਦਾ ਸੀ। ਇਹਨਾਂ ਨੇ ਇੱਕ ਦਿਨ ਸੰਤ ਜਵਾਲਾ ਸਿੰਘ ਜੀ ਦੇ ਦਰਸ਼ਨ ਕਰ ਲਏ। ਉਸ ਦਰਸ਼ਨ ਦਾ ਐਸਾ ਪ੍ਰਭਾਵ ਪਿਆ ਬਈ ਮੋਤੀ ਰਾਮ ਹਰਖੋਵਾਲ ਪਿੰਡ ਵੱਲ ਨੂੰ ਜਿਸ ਵੇਲੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਰਾਜਾ ਸਿੰਘ ਸਰਦਾਰ ਦੇ ਚੱਲ ਰਹੇ ਵੇਲਣੇ ਤੋਂ ਰਸ ਪੀਣ ਲੱਗਿਆ ਤੇ ਨਾਲੇ ਹੱਸੀ ਜਾਵੇ। ਸੰਤ ਮੋਤੀ ਰਾਮ ਦੇ ਹੱਸਣ ਦਾ ਕਾਰਨ ਜਦੋਂ ਸਾਰਿਆਂ ਨੇ ਪੁੱਛਿਆ ਤਾਂ ਸੰਤ ਮੋਤੀ ਰਾਮ ਜੀ ਕਹਿਣ ਲੱਗੇ, ਕਹਿੰਦੇ ਮੈਂ ਅੱਜ ਇੱਕ ਰੱਬ ਰੂਪ ਸਾਧੂ ਦੇ ਦਰਸ਼ਨ ਕੀਤੇ ਹਨ। ਮੈਨੂੰ ਇੱਦਾਂ ਲੱਗਦਾ
ਵੀ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਮੇਰਾ ਉਧਾਰ ਹੋ ਗਿਆ। ਮੇਰੇ ਅੰਦਰੋਂ ਬਹੁਤ ਭਾਰ ਹੌਲਾ ਹੋ ਗਿਆ। ਜਿਸ ਸ਼ਾਂਤੀ ਨੂੰ, ਜਿਸ ਟਿਕਾ ਨੂੰ, ਜਿਸ ਪਿਆਰ ਤੇ ਵੈਰਾਗ ਨੂੰ ਮੈਂ ਲੱਭ ਰਿਹਾ ਸੀ, ਉਹ ਪਿਆਰ, ਉਹ ਵੈਰਾਗ ਮੈਨੂੰ ਉਹਨਾਂ ਸੰਤਾਂ ਦੇ ਦਰਸ਼ਨ ਕਰਕੇ ਹੀ ਪ੍ਰਾਪਤ ਹੋ ਗਿਆ। ਸੋ ਜਿਸ ਵੇਲੇ ਸੰਤ ਮੋਤੀ ਰਾਮ ਦੇ ਮੁਖ ਤੋਂ ਇਹ ਬਚਨ ਬਾਕੀ ਸੰਗਤਾਂ ਨੇ ਸੁਣੇ ਤਾਂ ਸਾਰਿਆਂ ਦੇ ਮਨ ਵਿੱਚ ਪ੍ਰੇਮ ਜਾਗਿਆ ਵੀ ਅਸੀਂ ਵੀ ਜਾ ਕੇ ਸੰਤਾਂ ਦੇ ਦਰਸ਼ਨ ਕਰੀਏ। ਹੌਲੀ ਹੌਲੀ ਸੰਗਤਾਂ ਨਾਲ ਮੇਲ ਮਿਲਾਪ ਮਹਾਂਪੁਰਖਾਂ ਦਾ ਬਣ ਗਿਆ। ਸੋ ਇਸ ਇਕਾਂਤ ਡਰਾਉਣੇ ਜੰਗਲ ਦੇ ਵਿੱਚ ਸੰਤ ਜਵਾਲਾ ਸਿੰਘ ਜੀ ਰਿਹਾ ਕਰਦੇ। ਅਚਿੰਤ ਮਿਲੇ ਸੋ ਖਾਏ ਅਨੁਸਾਰ ਜੋ ਵੀ ਪ੍ਰਸ਼ਾਦ ਪਾਣੀ ਆਉਂਦਾ ਛਕ ਛਕਾ ਲੈਂਦੇ। ਦਿਨ ਰਾਤ ਸੰਗਤਾਂ ਇਹਨਾਂ ਦੇ ਬਾਰੇ ਚਰਚਾ ਕਰਦੀਆਂ ਵੀ ਭਰ ਜਵਾਨੀ ਦੇ ਵਿੱਚ ਸੰਤ ਬੈਰਾਗ ਨੂੰ ਪ੍ਰਾਪਤ ਹੋ ਗਏ। ਸੰਤ ਇੱਥੇ ਬਰਸਾਤੀ ਚੋਅ ਦੇ ਇਰਦ ਗਿਰਦ ਸੈਰ ਕਰਦੇ ਤੇ ਦਿਨ ਰਾਤ ਭਗਤੀ ਵਿੱਚ ਜੁੜੇ ਰਹਿੰਦੇ। ਇੱਕ ਦਿਨ ਦਾ ਐਸਾ ਬ੍ਰਿਤਾਂਤ ਹੋਇਆ, ਸੰਤ ਚਾਦਰੇ ਦੀ ਬੁੱਕਲ ਮਾਰੀ ਬੈਠੇ ਸੀ, ਭਗਤੀ ਵਿੱਚ ਜੁੜੇ ਹੋਏ ਸੀ ਕਿ ਇੱਕ ਬੜਾ ਭਾਰੀ ਭਿਆਨਕ ਕਾਲਾ ਨਾਗ ਸੰਤਾਂ ਦੇ ਚਾਦਰੇ ਦੇ ਉੱਤੇ ਦੀ, ਸੰਤਾਂ ਦੇ ਪੱਟਾਂ ਦੇ ਚੌਂਕੜੇ ਵਿਚਕਾਰ ਆ ਕੇ ਬੈਠ ਗਿਆ। ਸੋ ਉਹ ਫਣ ਖਿਲਾਰ ਕੇ ਇਸ ਤਰ੍ਹਾਂ ਸ਼ਾਂਤ ਬੈਠਾ ਜਿਸ ਤਰ੍ਹਾਂ ਉਹਨੂੰ ਇੱਦਾਂ ਬੈਠਣ ਦੇ ਨਾਲ ਸੜਦੇ ਤਪਦੇ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋ ਰਹੀ ਹੋਵੇ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਫਨੀਅਰ ਨਾਗ ਸੰਤਾਂ ਦੇ ਚੌਂਕੜੇ ਵਿੱਚ ਬੈਠਾ ਅਰਜ਼ਾਂ ਕਰ ਰਿਹਾ ਹੋਵੇ ਕਿ ਮਹਾਰਾਜ ਆਪ ਇਸੇ ਤਰ੍ਹਾਂ ਇਕਾਗਰ ਚਿੱਤ ਬੈਠੇ ਰਹੋ ਤੇ ਮੈਨੂੰ ਸ਼ਾਂਤੀ ਰੂਪ ਅੰਮ੍ਰਿਤ ਦੀਆਂ ਬੂੰਦਾਂ ਪ੍ਰਾਪਤ ਹੁੰਦੀਆਂ ਰਹਿਣ। ਸਾਰੀ ਰਾਤ ਇਸੇ ਤਰ੍ਹਾਂ ਮਹਾਂਪੁਰਖਾਂ ਦੇ ਚੌਂਕੜੇ ਦੇ ਵਿਚਕਾਰ ਉਹ ਸੱਪ ਬੈਠਾ ਰਿਹਾ। ਜਿਸ ਵੇਲੇ ਸਵੇਰ ਹੋਈ, ਮਹਾਂਪੁਰਖਾਂ ਦੀ ਸਮਾਧੀ ਖੁੱਲ੍ਹੀ ਤਾਂ ਮਹਾਂਪੁਰਖਾਂ ਨੇ ਇਸ ਨਾਗ ਨੂੰ ਦੇਖਿਆ। ਉਹ ਸਿਮਰਨ ਦੀ ਇਹ ਬਰਕਤ ਹੁੰਦੀ ਹੈ, ਜਿੱਥੇ ਸਿਮਰਨ ਨਿਰਭਉ ਬਣਾ ਦਿੰਦਾ ਹੈ ਉੱਥੇ ਸਿਮਰਨ ਕਰਨ ਵਾਲੇ ਨਿਰਵੈਰ ਵੀ ਬਣ ਜਾਂਦੇ ਹਨ। ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ। ਕੋਈ ਜੀਵ ਹੋਵੇ, ਕੋਈ ਜੰਤੂ ਹੋਵੇ, ਕੋਈ ਮਨੁੱਖ ਹੋਵੇ, ਚਾਹੇ ਕੋਈ ਉਹਨਾਂ ਦਾ ਭਲਾ ਕਰਨ ਵਾਲਾ ਹੋਵੇ ਤੇ ਚਾਹੇ ਕੋਈ ਉਹਨਾਂ ਨਾਲ ਵੈਰ ਕਰਨ ਵਾਲਾ ਹੋਵੇ, ਸੰਤ ਕਿਸੇ ਦਾ ਬੁਰਾ ਨਹੀਂ ਕਰਦੇ। ਤੋ ਮਹਾਂਪੁਰਖਾਂ ਨੇ ਕੀ ਕੀਤਾ, ਉਹਨੂੰ ਸੱਪ ਨੂੰ ਇਸੇ ਤਰ੍ਹਾਂ ਚਾਦਰੇ ਵਿੱਚ ਲਪੇਟ ਕੇ ਚੱਕ ਲਿਆ, ਬਾਹਰ ਜੰਗਲ ਦੇ ਵਿੱਚ ਦੂਰ ਛੱਡਿਆ ਹੈ। ਪਰ ਹੁਣ ਸੱਪ ਦਾ ਤਾਂ ਜਿਵੇਂ ਰੋਜ਼ ਦਾ ਕੰਮ ਬਣ ਗਿਆ। ਹਰ ਰੋਜ਼ ਹੀ ਮਹਾਂਪੁਰਸ਼ਾਂ ਨੇ ਜਦੋਂ ਰਾਤ ਨੂੰ ਸਮਾਧੀ ਵਿੱਚ ਬੈਠਣਾ ਤਾਂ ਉਸ ਸੱਪ ਨੇ ਉਸੇ ਤਰ੍ਹਾਂ ਆ ਕੇ ਸੰਤਾਂ ਦੀ ਗੋਦੀ ਵਿੱਚ ਬਹਿ ਜਾਣਾ। 3-4 ਦਿਨ ਲਗਾਤਾਰ ਜਦੋਂ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਅਖੀਰ ਮਹਾਂਪੁਰਖਾਂ ਨੇ ਦਿਵ ਦ੍ਰਿਸ਼ਟੀ ਨਾਲ ਦੇਖਿਆ ਵੀ ਆਖਰ ਇਹ ਹੈ ਕੌਣ ਜਿਹੜਾ ਇਸ ਤਰ੍ਹਾਂ ਆ ਕੇ ਸਾਡੀ ਸਮਾਧੀ ਵਿੱਚ ਬੈਠ ਜਾਂਦਾ ਸਾਡੇ ਨਾਲ। ਤਾਂ ਇਹ ਜਿਹੜੀ ਰੂਹ ਸੀ ਇਹ ਮਹਾਂਪੁਰਖਾਂ ਦੀ ਰੈਜੀਮੈਂਟ ਦੇ ਵਿੱਚ ਇੱਕ ਗ੍ਰੰਥੀ ਸੀ, ਪਰ ਇਹਦਾ ਸੁਭਾਅ ਬਹੁਤ ਲਾਲਚੀ ਸੀ। ਮਹਾਂਪੁਰਖਾਂ ਨੇ ਕਈ ਵਾਰੀ ਉਹਨੂੰ ਸਮਝਾਇਆ ਵੀ ਸੀ, ਪਰ ਮਹਾਂਪੁਰਖਾਂ ਦੇ ਉਹ ਆਖੇ ਨਹੀਂ ਸੀ ਲੱਗਿਆ। ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਤੋ ਇਸ ਤਰ੍ਹਾਂ ਨਾਲ ਹੁਣ ਇਹ ਸੱਪ ਦੀ ਜੂਨ ਦੇ ਵਿੱਚ ਭਟਕ ਰਿਹਾ, ਸੰਤਾਂ ਅੱਗੇ ਬੇਨਤੀਆਂ ਕਰ ਰਿਹਾ ਸੀ ਵੀ ਮੇਰਾ ਉਧਾਰ ਕਰ ਦਿਓ। ਇਸ ਤਰ੍ਹਾਂ ਦੀ ਸਾਖੀ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਆਉਂਦੀ ਹੈ। ਸੋ ਮਹਾਂਪੁਰਖਾਂ ਨੇ ਵੀ ਇਸ ਤਰ੍ਹਾਂ 2 ਬਲਦ ਦੀ ਜੂਨ ਵਿੱਚ ਪਏ ਹੋਏ ਜੀਵਾਂ ਦਾ ਉਧਾਰ ਕੀਤਾ ਸੀ। ਉਹਨਾਂ ਦੀ ਬਾਬਤ ਵੀ ਜਿਸ ਵੇਲੇ ਸੇਵਕਾਂ ਨੇ ਪੁੱਛਿਆ ਵੀ ਮਹਾਰਾਜ ਇਹ ਕੀ ਖੇਡ ਸੀ, ਤਾਂ ਬਾਬਾ ਆਨੰਦ ਸਿੰਘ ਜੀ ਨੇ ਵੀ ਦੱਸਿਆ ਸੀ ਵੀ ਇਹ ਦੋਵੇਂ ਜਣੇ ਪਿਛਲੇ ਜਨਮ ਦੇ ਵਿੱਚ ਗ੍ਰੰਥੀ ਸੀਗੇ, ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਨਹੀਂ ਸੀ ਰੱਖਦੇ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰਫ ਇਸ ਤਰ੍ਹਾਂ ਸਮਝਦੇ ਸੀ ਵੀ ਇਹ ਸਾਡੀ ਰੋਜੀ ਰੋਟੀ ਦਾ ਸਾਧਨ ਹੈ, ਰੁਜ਼ਗਾਰ ਦਾ ਸਾਧਨ ਹੈ। ਗੁਰੂ ਮਹਾਰਾਜ ਜੀ ਦਾ ਸਤਿਕਾਰ, ਗੁਰੂ ਮਹਾਰਾਜ ਜੀ ਦਾ ਪਿਆਰ ਜਾਂ ਮਹਾਰਾਜ ਜੀ ਤੇ ਸ਼ਰਧਾ ਇਹਨਾਂ ਦੇ ਮਨ ਵਿੱਚ ਬਿਲਕੁਲ ਵੀ ਨਹੀਂ ਸੀ। ਇਹਨਾਂ ਵਿੱਚੋਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਦਾ ਸੀ, ਔਰ ਅਲਮਾਰੀ ਛੋਟੀ ਸੀ, ਮਹਾਰਾਜ ਜੀ ਦਾ ਸਰੂਪ ਵੱਡਾ ਸੀ। ਤਾਂ ਇਹਨੇ ਅਲਮਾਰੀ ਦੀ ਜਿਸ ਵੇਲੇ ਬਾਰੀ ਨੂੰ ਲਾਉਣਾ ਤੇ ਮਹਾਰਾਜ ਜੀ ਦੇ ਸਰੂਪ ਨੂੰ ਢੱਕ ਕੇ ਬਹੁਤ ਅੱਗੇ ਨੂੰ ਕਰ ਦੇਣਾ ਤੇ ਮਹਾਰਾਜ ਜੀ ਦੇ ਅੰਗ ਮੁੜ ਜਾਣੇ, ਜਿਲਦ ਮੁੜ ਜਾਣੀ। ਇਹਦੇ ਮਨ ਵਿੱਚ ਸ਼ਰਧਾ ਨਹੀਂ ਸੀ ਤੇ ਮਹਾਰਾਜ ਜੀ ਨੂੰ ਇੱਕ ਕਿਤਾਬ ਦੀ ਤਰ੍ਹਾਂ ਸਮਝਦਾ ਸੀ ਇਹ। ਸੋ ਇਸ ਤਰ੍ਹਾਂ ਨਾਲ ਇਹਨੂੰ ਵੀ ਫਿਰ ਅਗਲਾ ਜਨਮ ਜਿਹੜਾ ਇਹ ਬਲਦ ਦਾ ਪ੍ਰਾਪਤ ਹੋਇਆ। ਲੇਖਾ ਦੇ ਰਿਹਾ, ਦੁੱਖ ਭੋਗ ਰਿਹਾ, ਬੇਨਤੀਆਂ ਵੀ ਕਰ ਰਿਹਾ ਨਾਲੋਂ ਨਾਲ ਵੀ ਮਹਾਰਾਜ ਫਿਰ ਵੀ ਤੁਹਾਡੇ ਬੱਚੇ ਹਾਂ, ਸਾਡਾ ਭਲਾ ਕਰ ਦਿਓ, ਗਲਤੀ ਹੋ ਗਈ। ਤੇ ਜੋ ਦੂਜਾ ਬਲਦ ਸੀ ਬਾਬਾ ਆਨੰਦ ਸਿੰਘ ਜੀ ਨੇ ਦੱਸਣਾ ਕੀਤਾ ਵੀ ਇਹਦੇ ਮਨ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਭੈ ਨਹੀਂ ਸੀ, ਮਹਾਰਾਜ ਦਾ ਇਹ ਅਦਬ ਨਹੀਂ ਸੀ ਕਰਦਾ। ਤੇ ਇਹ ਮਿੱਟੀ ਦੇ ਤੇਲ ਦਾ ਦੀਵਾ ਮਹਾਰਾਜ ਜੀ ਦੇ ਕੋਲ ਬਾਲ ਕੇ ਰੱਖਦਾ ਸੀ ਜਦੋਂ ਰਾਤ ਦੇ ਸਮੇਂ ਕਦੇ ਇਹਨੂੰ ਪਾਠ ਕਰਨਾ ਪੈਂਦਾ। ਤੋ ਬਦਬੂ ਮਹਾਰਾਜ ਜੀਆਂ ਦੇ ਕੋਲੇ ਇਹਨੂੰ ਡਰ ਨਹੀਂ ਸੀ ਆਉਂਦਾ ਵੀ ਮਹਾਰਾਜ ਜੀਆਂ ਦੇ ਕੋਲੇ ਇਹੋ ਜਿਹਾ ਬਦਬੂ ਦਾ ਕਾਰਨ ਨਹੀਂ ਹੋਣਾ ਚਾਹੀਦਾ। ਤੋ ਮਹਾਰਾਜ ਦਾ ਭੈ ਨਾ ਹੋਣ ਕਰਕੇ ਇਹਨੂੰ ਵੀ ਇਹ ਤਾਮਸੀ ਜੂਨੀ ਪ੍ਰਾਪਤ ਹੋਈ। ਸੋ ਇਸ ਤਰ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਅਦਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ, ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕਰਨੀ, ਮਹਾਰਾਜ ਜੀ ਦੇ ਨਾਲ ਪਿਆਰ ਕਰਨਾ, ਇਹ ਹਰੇਕ ਸਿੱਖ ਮਾਤਰ ਲਈ ਬਹੁਤ ਜ਼ਰੂਰੀ ਹੈ। ਜੋ ਆਪਾਂ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਪ੍ਰਗਟ ਗੁਰਾਂ ਕੀ ਦੇ ਜਾਣ ਕੇ ਜੇ ਸਾਧ ਸੰਗ ਆਪਾਂ ਮੰਨਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਸਾਰੀਆਂ ਬਖਸ਼ਿਸ਼ਾਂ, ਸਾਰੀਆਂ ਰਹਿਮਤਾਂ ਆਪਾਂ ਹਾਸਲ ਕਰ ਸਕਦੇ ਹਾਂ। ਪਿਆਰ ਵਾਲਿਆਂ ਨੂੰ, ਭਾਵਨਾ ਵਾਲਿਆਂ ਨੂੰ, ਸ਼ਰਧਾ ਵਾਲਿਆਂ ਨੂੰ ਸਭ ਕੁਝ ਪ੍ਰਾਪਤ ਹੁੰਦਾ। ਪਰ ਜੇ ਭਾਵਨਾ ਨਹੀਂ, ਜੇ ਸ਼ਰਧਾ ਨਹੀਂ, ਜੇ ਅੰਦਰ ਐਸਾ ਖਿਆਲ ਹੈ ਵੀ ਇਹ ਤਾਂ ਸਾਡਾ ਸਿਰਫ ਰੁਜ਼ਗਾਰ ਹੈ, ਇਹ ਤਾਂ ਸਾਡੀ ਰੋਜੀ ਰੋਟੀ ਦਾ ਸਾਧਨ ਹੈ, ਤਾਂ ਫਿਰ ਬਹੁਤ ਸਜ਼ਾ, ਬਹੁਤ ਦੁੱਖ ਝੱਲਣੇ ਪੈਂਦੇ। ਤੇ ਇਸ ਕਰਕੇ ਭਾਵਨਾ ਹਮੇਸ਼ਾ, ਏਕ ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ। ਮਹਾਰਾਜ ਲਿਖਦੇ ਵੀ ਭਾਵਨਾ ਤੋਂ ਬਿਨਾਂ ਭਾਵੇਂ ਹਰ ਵੇਲੇ ਗੋਡੇ ਮੁੰਡ ਬੈਠਾ ਮਹਾਰਾਜ ਦੇ, ਹਰ ਵੇਲੇ ਕੋਲ ਰਹਿਣ ਵਾਲਾ ਵੀ ਖਾਲੀ ਰਹਿ ਜਾਊਗਾ ਜੇ ਭਾਵਨਾ ਨਹੀਂ ਹੈ। ਤੋ ਇਸ ਕਰਕੇ ਭਾਵਨਾ ਹੋਣੀ ਮਹਾਰਾਜ ਜੀਆਂ ਦੇ ਪ੍ਰਤੀ ਬਹੁਤ ਜ਼ਰੂਰੀ ਆ। ਸੋ ਜਿਤਨੀਆਂ ਵੀ ਸਾਧੂ ਸੰਪਰਦਾਵਾਂ ਹਨ, ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਮਹਾਰਾਜ ਜੀ ਨੂੰ ਭੋਗ ਲਵਾਉਣਾ, ਮਹਾਰਾਜ ਜੀ ਦੇ ਪ੍ਰਕਾਸ਼, ਮਹਾਰਾਜ ਜੀ ਦੇ ਸੁਖ ਆਸਣ ਪਲੰਘੇ ਸੁੰਦਰ ਤਿਆਰ ਕਰਨੇ, ਔਰ ਹੋਰ ਸਤਿਕਾਰ ਦੇ ਨਾਲ ਜਿੰਨੇ ਵੀ ਕਾਰਜ ਕਰਨ ਵਾਲੇ ਮਹਾਰਾਜ ਜੀ ਨੂੰ ਮੌਸਮ ਦੇ ਅਨੁਸਾਰ ਰੁਮਾਲੇ ਸਾਹਿਬ ਭੇਟ ਕਰਨੇ, ਔਰ ਪੱਖੇ, ਕੂਲਰ, ਏਸੀ ਆਦਿ ਦਾ ਪ੍ਰਬੰਧ ਕਰਨਾ, ਇਹ ਸ਼ਰਧਾ ਵਾਲਿਆਂ ਦੀਆਂ ਗੱਲਾਂ ਹਨ। ਭਾਵੇਂ ਗੁਰੂ ਮਹਾਰਾਜ ਇਹਨਾਂ ਚੀਜ਼ਾਂ ਤੋਂ ਬਹੁਤ ਉੱਤੇ ਆ। ਮਹਾਰਾਜ ਜੀ ਨੂੰ ਆਪਾਂ ਗਰਮੀ ਦੇ ਵਿੱਚ ਪੱਖਾ, ਕੂਲਰ, ਏਸੀ ਨਾ ਵੀ ਲਾਈਏ ਤਾਂ ਮਹਾਰਾਜ ਜੀ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਜੀ। ਜੇ ਮਹਾਰਾਜ ਜੀ ਨੂੰ ਮੌਸਮ ਦੇ ਅਨੁਸਾਰ ਰੁਮਾਲੇ ਸਾਹਿਬ ਨਾ ਭੇਟ ਕਰੀਏ, ਮਹਾਰਾਜ ਜੀ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਜੀ। ਪਰ ਫਰਕ ਪੈਣਾ ਸਾਡੀ ਸ਼ਰਧਾ ਭਾਵਨਾ ਨੂੰ, ਭਾਵਨਾ ਨਹੀਂ ਸਾਡੀ ਰਹੇਗੀ। ਸੋ ਅੱਜ ਦਾ ਸਮਾਂ ਜੋ ਚੱਲ ਰਿਹਾ, ਜੋ ਨਾਸਤਕ ਬਿਰਤੀ ਵਾਲੇ ਲੋਕ, ਨਾਸਤਕ ਪ੍ਰਚਾਰ ਕਰਨ ਵਾਲੇ ਲੋਕ ਜਿਹੜੇ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਭੋਗ ਲਵਾਉਣ ਦੀ ਵੀ ਲੋੜ ਨਹੀਂ ਹੈ, ਦੇਗ ਨੂੰ ਭੋਗ ਲਵਾਉਣਾ ਜਾਂ ਲੰਗਰ ਨੂੰ ਭੋਗ ਲਵਾਉਣਾ, ਹੋਰ ਪਦਾਰਥ ਜਿੰਨੇ ਵੀ ਮਹਾਰਾਜ ਜੀ ਦੇ ਹਜ਼ੂਰ ਹਾਜ਼ਰ ਕਰਦੇ ਛਕਣ ਵਾਲੇ ਭੋਗ ਲਵਾਉਣਾ। ਇਸ ਕਰਕੇ ਹੁਣ ਬਹੁਤੇ ਤਾਂ ਅਰਦਾਸ ਦੇ ਵਿੱਚ ਇਹ ਬਚਨ ਕਹਿਣੋਂ ਹੀ ਹਟ ਗਏ ਵੀ ਮਹਾਰਾਜ ਜੀ ਤੁਹਾਡੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਕਹਿਣੋਂ ਹੀ ਹਟ ਗਏ। ਸੋ ਇਸ ਵਿਸ਼ੇ ਦੇ ਉੱਤੇ ਬੜੀ ਲੰਮੀ ਵਿਚਾਰ ਹੋ ਸਕਦੀ ਆ ਤੇ ਸਾਧ ਸੰਗਤ ਜੀ, ਪਰ ਸਮਝਣ ਦੀ ਬਾਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਪਿਤਾ ਜਾਣ ਕੇ ਮਹਾਰਾਜ ਜੀ ਦੀ ਜਿੰਨੀ ਸੇਵਾ ਕਰ ਲਈਏ। ਔਰ ਇਹ ਬੇਨਤੀ ਮਹਾਂਪੁਰਖ ਬਚਨ ਕਰਿਆ ਕਰਦੇ ਵੀ ਜਿੰਨਾ ਸਤਿਕਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋਗੇ,
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਸਾਰ ਦੇ ਵਿੱਚ ਤੁਹਾਡਾ ਉਹਦੇ ਨਾਲੋਂ ਦੁੱਗਣਾ ਸਤਿਕਾਰ ਕਰਾ ਦੇਣਗੇ। ਤੋ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਨੇ ਜੋ ਚਾਲੀ ਚਲਾਈ, ਮਹਾਂਪੁਰਖਾਂ ਨੇ ਜੋ ਮਰਜ਼ਾਦਾ ਬਣਾਈ ਹੈ, ਉਹ ਕੁਛ ਗੱਲਾਂ ਨੂੰ ਦੇਖ ਕੇ ਹੀ ਬਣਾਈ ਹੈ। ਜੇ ਭੋਗ ਲਵਾਉਣਾ, ਮਹਾਰਾਜ ਜੀ ਦੇ ਪ੍ਰਕਾਸ਼ ਸਥਾਨ, ਸੁਖਾਸਨ ਸਥਾਨ, ਉਹ ਸਾਰਾ ਕੁਝ ਸੰਸਾਰ ਨੂੰ ਸਮਝਾਉਣ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਸ ਤਰ੍ਹਾਂ ਹਾਜ਼ਰ ਨਾਜ਼ਰ ਪਾਤਸ਼ਾਹ ਹਨ। ਸੋ ਭਾਵਨਾ ਨੂੰ ਜੋ ਫਲ ਲੱਗਦਾ ਹੈ। ਸੋ ਇਸ ਤਰ੍ਹਾਂ ਜੋ ਆਪਾਂ ਮਹਾਂਪੁਰਖਾਂ ਦਾ ਜੀਵਨ ਵਿਚਾਰ ਰਹੇ ਹਾਂ, ਬਈ ਉਹ ਸੱਪ ਦੀ ਜੂਨ ਵਿੱਚ ਪਏ ਹੋਏ ਉਸ ਗ੍ਰੰਥੀ ਦਾ ਫਿਰ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਉਧਾਰ ਕੀਤਾ। ਆਪਣੀ ਚਾਦਰ ਪਾੜੀ, ਉਹਨੂੰ ਟੋਆ ਪੱਟ ਕੇ ਚਾਦਰ ਪਾ ਕੇ ਦੱਬਿਆ, ਉਹਦੇ ਕੋਲ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਉਹਨੂੰ ਸਦਗਤੀ ਪ੍ਰਦਾਨ ਕੀਤੀ। ਸੋ ਇਸ ਤਰ੍ਹਾਂ ਮਟੀ ਦੇ ਵਿੱਚ ਰਹਿੰਦਿਆਂ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸੀ, ਤਿਉਂ-ਤਿਉਂ ਸੰਗਤਾਂ ਦੀ ਆਵਾਜਾਈ ਵੀ ਵੱਧਦੀ ਜਾ ਰਹੀ ਸੀ। ਇਸ ਸਮੇਂ ਦੌਰਾਨ ਸੂਬੇਦਾਰ ਕਰਮ ਸਿੰਘ, ਉਹਨਾਂ ਦੀ ਧਰਮ ਪਤਨੀ ਬੀਬੀ ਪੂਰਨ ਕੌਰ, ਇਹਨਾਂ ਦਾ ਵੀ ਸੰਤਾਂ ਦੇ ਨਾਲ ਬਹੁਤ ਦਿਲੀ ਪ੍ਰੇਮ ਬਣ ਗਿਆ। ਇਸ ਤਰ੍ਹਾਂ ਹੌਲੀ ਹੌਲੀ ਇਹ ਜੋ ਮਟੀ ਸੀ ਡੇਰੇ ਦਾ ਰੂਪ ਧਾਰਨ ਕਰਦੀ ਜਾ ਰਹੀ ਸੀ। ਸੋ ਡੇਰੇ ਵਿੱਚ ਕਈ ਵਸਤੂਆਂ ਦੀ ਜ਼ਰੂਰਤ ਵੀ ਵੱਧਦੀ ਜਾ ਰਹੀ ਸੀ। ਸੋ ਮਾਇਆ ਦਾ ਵੀ ਹਿਸਾਬ ਕਿਤਾਬ ਰੱਖਣ ਲਈ ਕਰਮ ਸਿੰਘ ਬਹੁਤ ਚਿਰ ਫਿਰ ਆਪਣੀ ਡਿਊਟੀ ਨਿਭਾਉਂਦੇ ਰਹੇ ਸ਼੍ਰੀਮਾਨੀ। ਇਹਨਾਂ ਨੇ ਪਿੰਡ ਹਰਖੋਵਾਲ ਇੱਕ ਦੁਕਾਨ ਖੋਲ੍ਹੀ ਹੋਈ ਸੀ। ਡੇਰੇ ਵਿੱਚ ਜੇ ਕਿਸੇ ਵੀ ਵਸਤੂ ਦੀ ਲੋੜ ਪੈਂਦੀ ਤਾਂ ਭਾਈ ਕਰਮ ਸਿੰਘ ਉੱਥੋਂ ਤੁਰੰਤ ਡੇਰੇ ਪਹੁੰਚਦੀ ਕਰਦਾ। ਸ਼ਰਧਾਲੂਆਂ ਦੀ ਗਿਣਤੀ ਵੱਧਦੀ ਗਈ, ਸੰਤਾਂ ਦਾ ਵੀ ਆਪਣੇ ਪਿਆਰਿਆਂ ਨਾਲ ਸਨੇਹ ਵੱਧਦਾ ਗਿਆ। ਸ਼ਰਧਾਲੂ ਸੰਤ ਜਵਾਲਾ ਸਿੰਘ ਜੀ ਨੂੰ ਅਕਸਰ ਕਹਿੰਦੇ ਰਹਿੰਦੇ ਕਿ ਜੰਗਲ ਦੇ ਵਿੱਚ ਇਕਾਂਤ ਜਗ੍ਹਾ ਵਿੱਚ ਆਪਣੀ ਕੁਟੀਆ ਬਣਾ ਲੈਣ, ਪਰ ਸੰਤ ਹਮੇਸ਼ਾ ਅੰਬ ਥੱਲੇ ਬੈਠ ਕੇ ਸਾਰੀ ਸਾਰੀ ਰਾਤ ਭਜਨ ਬੰਦਗੀ ਕਰਦੇ। ਇਸੇ ਤਰ੍ਹਾਂ ਇੱਕ ਵਾਰੀ ਆਪ ਜੀ ਅੰਬ ਦੇ ਹੇਠਾਂ ਬੈਠੇ ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਦੀ ਗੋਦ ਦਾ ਨਿੱਘ ਮਾਣ ਰਹੇ ਸੀ ਕਿ ਅਚਾਨਕ ਉੱਥੇ ਇੱਕ ਜਿੰਨ ਪ੍ਰਗਟ ਹੋਇਆ ਔਰ ਅਨੇਕ ਤਰ੍ਹਾਂ ਦੇ ਭਿਆਨਕ ਕਾਰਨਾਮੇ ਕਰਨ ਲੱਗਾ ਸੰਤਾਂ ਨੂੰ ਡਰਾਉਣ ਵਾਸਤੇ। ਕਦੇ ਅੰਬ ਦੀਆਂ ਟਾਹਣੀਆਂ ਤੋੜ ਕੇ ਸਿੱਟੇ, ਕਦੇ ਮੂੰਹ ਵਿੱਚੋਂ ਅੱਗ ਦਾ ਗੋਲਾ ਕੱਢ ਕੇ ਦਿਖਾਵੇ ਵੀ ਕਿਸੇ ਤਰ੍ਹਾਂ ਸੰਤ ਡਰ ਜਾਣ। ਪਰ ਸੰਤ ਨਿਰਭੈ ਹੋ ਕੇ ਬੈਠੇ ਰਹੇ। ਪ੍ਰੇਤ ਨੇ ਕਦੇ ਕਿਸੇ ਤਰੀਕੇ, ਕਦੇ ਕਿਸੇ ਤਰੀਕੇ ਮਹਾਂਪੁਰਖਾਂ ਨੂੰ ਅਨੇਕ ਤਰ੍ਹਾਂ ਨਾਲ ਭੈ ਭੀਤ ਕਰਨ ਦਾ ਯਤਨ ਕਰਿਆ, ਪਰ ਸੰਤਾਂ ਨੇ ਅੱਖ ਚੱਕ ਕੇ ਵੀ ਨਾ ਤੱਕਿਆ। ਜਦੋਂ ਪ੍ਰੇਤ ਦੀ ਕੋਈ ਵੀ ਚਾਲ ਨਾ ਚੱਲੀ ਤਾਂ 15 ਕੁ ਕਦਮਾਂ ਦੇ ਉੱਤੇ ਖੜਾ ਹੋ ਕੇ ਮਿੰਨਤਾਂ ਕਰਨ ਲੱਗਾ ਕਿ ਮਹਾਂਪੁਰਸ਼ੋ ਮੇਰੇ ਤੇ ਕਿਰਪਾ ਕਰੋ, ਮੇਰਾ ਉਧਾਰ ਕਰ ਦਿਓ। ਮੈਨੂੰ ਪ੍ਰੇਤ ਜੂਨ ਵਿੱਚ ਸੜਦੇ ਨੂੰ ਸਦੀਆਂ ਬੀਤ ਚੱਲੀਆਂ। ਅੰਮ੍ਰਿਤਮਈ ਛੋਹ ਪ੍ਰਦਾਨ ਕਰੋ ਤਾਂ ਕਿ ਮੇਰਾ ਭਲਾ ਹੋ ਜਾਵੇ। ਸੰਤ ਉਹਨੂੰ ਸਵਾਲ ਕਰਦੇ, ਕਹਿੰਦੇ ਤੈਨੂੰ ਪ੍ਰੇਤ ਜੂਨ ਕਿਉਂ ਮਿਲੀ, ਇਹਦਾ ਕਾਰਨ ਕੀ? ਤਾਂ ਇਹ ਕਹਿਣ ਲੱਗਾ ਵੀ ਨਾਲ ਦਾ ਪਿੰਡ ਜੋ ਪਟਰਾਣਾ ਹੈ, ਇੱਥੇ ਦਾ ਮੈਂ ਜ਼ਾਲਮ ਮੁਸਲਮਾਨ ਚੌਧਰੀ ਸੀ। ਹੰਕਾਰ ਵਿੱਚ ਆ ਕੇ ਪਿੰਡ ਦੀ ਗਰੀਬ ਜਨਤਾ ਨੂੰ ਮੈਂ ਬਹੁਤ ਦੁੱਖ ਦਿੱਤੇ, ਧੀਆਂ ਭੈਣਾਂ ਨੂੰ ਬੇਪਤ ਵੀ ਕੀਤਾ, ਗਰੀਬਾਂ ਦੀਆਂ ਜ਼ਮੀਨਾਂ ਵੀ ਖੋਹੀਆਂ। ਸੋ ਉਹਨਾਂ ਸਾਰਿਆਂ ਗਰੀਬਾਂ ਦੀਆਂ ਦੁਰਸੀਸਾਂ ਉਹਨਾਂ ਨੇ ਮੈਨੂੰ ਪ੍ਰੇਤ ਬਣਾ ਦਿੱਤਾ। ਤੋ ਹੁਣ ਤੁਸੀਂ ਕਿਰਪਾ ਕਰੋ, ਬਹੁਤ ਸਮਾਂ ਹੋ ਗਿਆ ਮੈਨੂੰ ਦੁੱਖ ਭੋਗਤੇ ਨੂੰ, ਮੈਂ ਭੁੱਲਣਹਾਰ, ਮੈਨੂੰ ਬਖਸ਼ ਲਓ। ਇਸ ਅੰਬ ਤੇ ਰਹਿੰਦੇ ਮੈਨੂੰ ਕਈ ਚਿਰ ਹੋ ਗਿਆ। ਜਿਹੜਾ ਵੀ ਇੱਥੇ ਆ ਜਾਂਦਾ ਮੈਂ ਉਹਨੂੰ ਜਾਣ ਨਹੀਂ ਦਿੰਦਾ, ਉਹਨੂੰ ਮਾਰ ਦਿੰਦਾ ਹਾਂ। ਪਰ ਜਦੋਂ ਦੇ ਤੁਸੀਂ ਆਏ ਹੋ ਤੁਹਾਡੇ ਮੁਖ ਤੋਂ ਜਿਹੜੀ ਬਾਣੀ ਨਿਕਲਦੀ ਹੈ ਉਹ ਮੈਨੂੰ ਸ਼ਾਂਤੀ ਬਖਸ਼ਦੀ ਹੈ। ਤੇ ਹੁਣ ਮੈਨੂੰ ਪੂਰਾ ਯਕੀਨ ਹੈ ਵੀ ਜੇ ਤੁਸੀਂ ਮੇਰੇ ਤੇ ਕਿਰਪਾ ਕਰ ਦਿਓਗੇ ਤਾਂ ਮੇਰਾ ਭਾਰ ਤਾਰਾ ਹੋ ਜਾਏਗਾ। ਸੰਤ ਤਾਂ ਹਮੇਸ਼ਾ ਹੀ ਦਿਆਲੂ ਹੁੰਦੇ ਨੇ। ਪੰਚਮ ਪਾਤਸ਼ਾਹ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਵਚਨ ਕਰਦੇ ਨੇ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ।
संत दोखी का थाव को नाहे, नानक संत भावै तां ओए भी गत पाहे। संत की निंदा दोख मह दोख, नानक संत भावै ता उसका भी होए मोख। संत के दोखी को अवर न राखन हार, नानक संत भावै तां लए उबार। संत ज्वाला सिंह जी शरण आए दी लाज रखण वास्ते ਇਹਦੀ ਪ੍ਰੇਤ ਜੂਨ ਕੱਟਣ ਲਈ ਵਿਚਾਰ ਬਣਾ ਲਿਆ ਸੰਤਾਂ ਨੇ। ਸੰਤ ਅੰਬ ਦੇ ਹੇਠੋਂ ਉੱਠ ਕੇ ਤੁਰ ਪਏ ਤਾਂ ਪ੍ਰੇਤ ਘਬਰਾ ਕੇ ਬੋਲਿਆ, ਹਜੂਰ ਕਿੱਥੇ ਚੱਲੇ? ਮਹਾਂਪੁਰਸ਼ ਕਹਿੰਦੇ, ਅੰਮ੍ਰਿਤ ਵੇਲਾ ਹੋ ਗਿਆ, ਅਸੀਂ ਆਪਣੇ ਨਿਯਮ ਅਨੁਸਾਰ ਇਸ਼ਨਾਨ ਕਰਕੇ ਆਏ। ਤਾਂ ਉਹਨੇ ਬੇਨਤੀ ਕੀਤੀ, ਜੇ ਹੁਕਮ ਹੋਵੇ ਤਾਂ ਹਜੂਰ ਦਾ ਇਸ਼ਨਾਨ ਮੈਂ ਕਰਾ ਦਿਆਂ। ਤਾਂ ਮਹਾਂਪੁਰਖ ਕਹਿੰਦੇ ਵੀ ਇਹ ਕਿਸ ਤਰ੍ਹਾਂ? ਕਹਿੰਦਾ ਜੀ ਨੇੜੇ ਹੀ ਹਰਖਵਾਲ ਦੀ ਹੱਦ ਦੇ ਵਿੱਚ ਇੱਕ ਹਲਟ ਹੈ, ਉੱਥੇ ਚੱਲੀਏ, ਮੈਂ ਹਲਟ ਗੇੜਾਂਗਾ ਤੇ ਤੁਸੀਂ ਇਸ਼ਨਾਨ ਕਰ ਲਿਓ। ਤਾਂ ਮਹਾਂਪੁਰਖ ਨਾਲ ਚਲੇ ਗਏ। ਉਸ ਰਾਤ ਫਿਰ ਪ੍ਰੇਤ ਨੇ ਹਲਟ ਚਲਾਇਆ ਤੇ ਮਹਾਂਪੁਰਖਾਂ ਨੇ ਇਸ਼ਨਾਨਾ ਸੋਧਿਆ। ਸੋ ਮਹਾਂਪੁਰਸ਼ਾਂ ਦੀ ਬੰਦਗੀ ਦਾ ਪ੍ਰਤਾਪ ਸੀ, ਕ੍ਰਿਸ਼ਮਾ ਸੀ। ਭੂਤ ਪ੍ਰੇਤ ਵੀ ਉਹਨਾਂ ਦੀ ਗੁਲਾਮੀ ਕਰਦੇ ਤੇ ਜੂਨ ਕਟਵਾਉਣ ਲਈ ਤੜਫ ਰਹੇ। ਤੋ ਇਸ ਤਰ੍ਹਾਂ ਨਾਲ ਜਦੋਂ ਸੰਤਾਂ ਨੇ ਇਸ਼ਨਾਨ ਕਰ ਲਿਆ ਤਾਂ ਪ੍ਰੇਤ ਨੂੰ ਮਹਾਰਾਜ ਕਹਿਣ ਲੱਗੇ, ਹੁਣ ਤੂੰ ਸਾਡੇ ਸਾਹਮਣੇ ਆ ਕੇ ਬੈਠ। ਸਾਹਮਣੇ ਬਿਠਾ ਲਿਆ। ਪਹਿਲਾਂ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ, ਫਿਰ ਮਹਾਂਪੁਰਸ਼ਾਂ ਨੇ ਸੁਖਮਨੀ ਸਾਹਿਬ ਪੜ੍ਹਿਆ। ਤੇ ਜਿਸ ਵੇਲੇ ਸੁਖਮਨੀ ਸਾਹਿਬ ਦੀਆਂ ਅੰਤਮ ਤੁਕਾਂ ਚੱਲ ਰਹੀਆਂ ਸੀ, ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਮਹਾਂਪੁਰਖਾਂ ਨੇ ਸੁਖਮਨੀ ਸਾਹਿਬ ਦਾ ਭੋਗ ਪਾ ਕੇ ਅਰਦਾਸ ਕੀਤੀ ਤੇ ਉਸ ਪ੍ਰੇਤ ਦੇ ਭਲੇ ਵਾਸਤੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕੀਤੀ। ਜਿਸ ਵੇਲੇ ਅਰਦਾਸ ਸੰਪੂਰਨ ਹੋਈ, ਉਹ ਪ੍ਰੇਤ ਉਡਾਰੀ ਮਾਰ ਕੇ ਬਹਿਸ਼ਤ ਨੂੰ ਚਲਿਆ ਗਿਆ। ਮਹਾਂਪੁਰਖਾਂ ਨੇ ਮੁਖੋਂ ਬਚਨ ਗੁਰਬਾਣੀ ਦਾ ਕੀਤਾ, ਪ੍ਰੇਤੋਂ ਕੀ ਤੋਨ ਦੇਵਤਾ ਤਿਨ ਕਰਨੇ ਹਾਰੈ। ਸੋ ਇਹ ਅਕਾਲ ਪੁਰਖ ਦੇ ਸ਼ੁਕਰਾਨੇ ਦੇ ਨਾਲ ਸੀਸ ਮਹਾਂਪੁਰਖਾਂ ਨੇ ਝੁਕਾਇਆ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖ ਜੋ ਵੀ ਸ਼ਰਨ ਆਉਂਦਾ ਉਸ ਦਾ ਭਲਾ ਕਰਦੇ। ਪਟਰਾਣਾ ਨਿਵਾਸੀ ਭਾਈ ਚੂੜ ਸਿੰਘ, ਇਹ ਵੀ ਪੂਰਨ ਗੁਰਸਿੱਖ ਸੀ। ਸੋ ਇਸ ਦੇ ਪਰਿਵਾਰ ਦੇ ਵਿੱਚ ਅਨੇਕ ਤਰ੍ਹਾਂ ਦੇ ਦੁੱਖ ਕਸ਼ਟ ਆਏ। ਸੋ ਮਹਾਂਪੁਰਖਾਂ ਤੇ ਇਸ ਦਾ ਬਹੁਤ ਪਿਆਰ ਸ਼ਰਧਾ ਭਾਵਨਾ ਰੱਖਦਾ ਸੀ ਮਹਾਂਪੁਰਸ਼ਾਂ ਤੇ ਇਹ। ਸੋ ਇਸ ਤਰ੍ਹਾਂ ਨਾਲ ਇਹਨਾਂ ਦੇ ਪਰਿਵਾਰ ਵਿੱਚੋਂ ਮਾਈ ਮਾਲਣ, ਜੋ ਕਿ ਨਾਮਧਾਰੀ ਮਹਾਂਪੁਰਖ ਬਾਬਾ ਰਾਮ ਸਿੰਘ ਜੀ ਨਾਮਧਾਰੀ, ਉਹਨਾਂ ਦੀ ਸੇਵਕ ਸੀ, ਸ਼ਰਧਾਲੂ ਸੀ। ਨਾਮਧਾਰੀ ਸੰਪਰਦਾ ਦੇ ਨਾਲ ਪਿਆਰ ਸੀ ਉਸ ਮਾਈ ਮਾਲਣ ਦਾ। ਜਦੋਂ ਉਹ ਸੰਤਾਂ ਦੇ ਦਰਸ਼ਨ ਕਰਨ ਆਈ, ਦਰਸ਼ਨ ਕਰਦਿਆਂ ਸਾਰ ਉਹਨੂੰ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਨਾ ਹੋਏ, ਮਹਾਂਪੁਰਖਾਂ ਦੇ ਥਾਂ ਬਾਬਾ ਰਾਮ ਸਿੰਘ ਦੇ ਬੈਠਿਆਂ ਦੇ ਪ੍ਰਤੱਖ ਦਰਸ਼ਨ ਹੋਏ। ਜਦ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਾਰ ਮਾਈ ਨੂੰ ਯਕੀਨ ਹੋ ਗਿਆ ਕਿ ਹੁਣ ਮੇਰੇ ਪਰਿਵਾਰ ਦਾ ਬਾਲ ਵਿੰਗਾ ਨਹੀਂ ਹੋ ਸਕਦਾ, ਕਿਉਂਕਿ ਬਾਬਾ ਰਾਮ ਸਿੰਘ ਜੀ ਮੇਰੇ ਨੇੜੇ ਆ ਗਏ। ਸੋ ਹੁਣ ਸਾਡੇ ਜਿਹੜੇ ਦੁੱਖ ਹਨ ਉਹ ਟੁੱਟ ਜਾਣਗੇ। ਸੰਤਾਂ ਲਈ ਹੁਣ ਇਹ ਮਾਈ ਮਾਲਣ ਜਿਹੜੀ ਸੀ, ਇਹ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਪਟਰਾਣੇ ਤੋਂ ਲੈ ਕੇ ਆਉਣ ਲੱਗ ਪਈ। ਨਿਸ਼ਚਾ ਹੋ ਗਿਆ ਇਸ ਨੂੰ। ਜਦੋਂ ਇਹਨੂੰ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਬਾਬਾ ਰਾਮ ਸਿੰਘ ਦੇ ਰੂਪ ਦੇ ਵਿੱਚ ਜਦੋਂ ਦਰਸ਼ਨ ਹੋਏ ਤਾਂ ਇਹ ਬਹੁਤ ਪਿਆਰ ਨਾਲ ਸ਼ਬਦ ਪੜ੍ਹਨ ਲੱਗੀ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ। ਰਹਾਉ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕਾ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈ ਗਉ, ਜੋ ਫਾਟਿਓ ਸਗਲੋ ਲੇਖਾ, ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ,
ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰਤੇ ਵਿਸਮਾਦੇ। ਜਦ ਮਾਈ ਨੇ ਬਹੁਤ ਵਿਰਾਗ ਦੇ ਵਿੱਚ, ਬੜੇ ਪਿਆਰ ਦੇ ਵਿੱਚ ਇੱਕ ਰਸ ਹੋ ਕੇ ਸ਼ਬਦ ਪੜ੍ਹਿਆ, ਤਾਂ ਸਾਰਿਆਂ ਨੇ ਮਾਈ ਨੂੰ ਪੁੱਛਿਆ ਵੀ ਤੇਰੇ ਇਹ ਸ਼ਬਦ ਪੜ੍ਹਨ ਦਾ ਕੀ ਕਾਰਨ ਹੋਇਆ। ਤਾਂ ਮਾਤਾ ਨੇ ਸਾਰਾ ਚਮਤਕਾਰ ਜੋ ਦੇਖਿਆ ਸੀ ਉਹ ਬਿਆਨ ਕਰ ਦਿੱਤਾ। ਬਈ ਹੁਣ ਮੇਰੇ ਮਨ ਵਿੱਚ ਬਾਬਾ ਰਾਮ ਸਿੰਘ ਨਾਮਧਾਰੀ ਤੇ ਸੰਤ ਜਵਾਲਾ ਸਿੰਘ ਜੀ ਮਹਾਰਾਜ ਵਿੱਚ ਕੋਈ ਭੇਦ ਨਹੀਂ ਰਿਹਾ, ਤੇ ਨਾ ਹੀ ਮੈਨੂੰ ਹੁਣ ਕਿਸੇ ਦਾ ਡਰ ਹੈ। ਮੇਰੇ ਪਰਿਵਾਰ ਦਾ ਹੁਣ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਕਿਉਂਕਿ ਜਿਨ੍ਹਾਂ ਨੂੰ ਮੈਂ ਦਿਲੀ ਪ੍ਰੇਮ ਕਰਦੀ ਸੀ ਉਹ ਮਹਾਂਪੁਰਖ ਹੁਣ ਮੇਰੇ ਨੇੜੇ ਹਨ। ਸੋ ਮਾਈ ਮਾਲਣ ਤੇ ਉਸ ਦਾ ਪੁੱਤਰ ਬੂਟਾ ਸਿੰਘ, ਇਹਨਾਂ ਦਾ ਪ੍ਰੇਮ ਸੰਤ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਲ ਵੱਧਦਾ ਹੀ ਗਿਆ। ਮਾਤਾ ਹਰ ਰੋਜ਼ ਆਪਣੇ ਹੱਥੀਂ ਚੱਕੀ ਦੇ ਨਾਲ ਆਟਾ ਪੀਹ ਕੇ ਸੰਤਾਂ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੀ। ਬੂਟਾ ਸਿੰਘ ਨੂੰ ਵੀ ਸਤਸੰਗ ਕਰਨ ਦੀ ਪੂਰੀ ਚੇਟਕ ਲੱਗ ਗਈ। ਉਹ ਵੀ ਪੱਕਾ ਰਹਿਤੀਆ ਤੇ ਨਿਤਨੇਮੀ ਬਣ ਗਿਆ। ਉਸ ਦਾ ਇਹ ਵੀ ਨੇਮ ਬਣ ਗਿਆ ਕਿ ਜਦੋਂ ਵੀ ਸੰਤਾਂ ਦੇ ਦਰਸ਼ਨਾਂ ਨੂੰ ਆਉਣਾ, ਨੰਗੇ ਪੈਰੀ ਆਉਣਾ। ਇਸੇ ਤਰ੍ਹਾਂ ਖੁਸ਼ੀ ਦੇ ਦਿਨ ਬੀਤਦਿਆਂ ਬੂਟਾ ਸਿੰਘ ਦੇ ਲੜਕੇ ਬਲਵੰਤ ਸਿੰਘ ਦਾ ਜੋ ਕਾਰਜ ਸੀ, ਵਿਆਹ ਸੀ, ਤੋ ਉਹਨਾਂ ਸਮਿਆਂ ਦੇ ਵਿੱਚ ਜੋ ਬਰਾਤਾਂ ਸੀਗੀਆਂ 3-3 ਦਿਨ ਜਾ ਕੇ ਰਹਿੰਦੀਆਂ ਹੁੰਦੀਆਂ। ਤੇ ਇਹਨਾਂ ਦੀ ਇੱਕ ਰਿਸ਼ਤੇਦਾਰੀ ਦੇ ਵਿੱਚੋਂ ਮਾਸੀ ਦਾ ਪੁੱਤਰ, ਉਸਨੇ 4 ਡਾਕੂ ਨਾਲ ਲਏ ਤੇ ਘਰ ਲੁੱਟਣ ਵਾਸਤੇ ਇਹਨਾਂ ਨੇ ਵਿਉਂਤ ਬਣਾ ਲਈ। ਅਜੇ ਪਹਿਲੀ ਰਾਤ ਹੀ ਸਿੰਘ, ਭਾਈ ਸੰਤੋਖ ਸਿੰਘ, ਸਰਦਾਰ ਬਰਿਆਮ ਸਿੰਘ ਰਾਮਗੜੀਆ, ਸਰਦਾਰ ਮਈਆ ਸਿੰਘ, ਸਰਦਾਰ ਲਛਮਣ ਸਿੰਘ ਆਤ ਇਹ ਪਤਵੰਤੇ ਸੱਜਣ ਸੰਤਾਂ ਦੇ ਕੋਲ ਇਕੱਠੇ ਹੋ ਕੇ ਆ ਗਏ ਤੇ ਰਾਤ ਦੇ 10 ਵਜੇ ਤੀਕ ਸੰਤਾਂ ਕੋਲ ਬੈਠੇ ਰਹੇ, ਵਚਨ ਵਿਲਾਸ ਕਰਦੇ ਰਹੇ। ਸੰਤਾਂ ਨੇ ਇਹਨਾਂ ਨੂੰ ਘਰਾਂ ਨੂੰ ਜਾਣ ਨੂੰ ਕਿਹਾ ਵੀ ਹੁਣ ਬਹੁਤ ਸਮਾਂ ਹੋ ਗਿਆ, ਹੁਣ ਤੁਸੀਂ ਆਪਣੇ ਘਰਾਂ ਨੂੰ ਜਾਓ। ਪਰ ਇਹ ਤਾਂ ਵਿਚਾਰ ਬਣਾ ਕੇ ਆਏ ਸੀ ਮਨ ਦੇ ਵਿੱਚ, ਸੰਤਾਂ ਨੂੰ ਬੇਨਤੀ ਕਰਨ ਆਏ ਸੀ। ਮੂਲ ਮੰਤਰ ਦੀ ਮਾਲਾ ਸੰਪੂਰਨ ਹੋਈ। ਉੱਥੇ ਜਾ ਕੇ ਸੰਤੋਖ ਸਿੰਘ ਨੇ ਇਹ ਇੱਟ ਰੱਖ ਦਿੱਤੀ। ਹੁਣ ਇਸ ਵੇਲੇ ਇਹ ਸਥਾਨ ਜਿਹੜਾ ਦਾਲ ਸਬਜ਼ੀ ਤਿਆਰ ਕਰਨ ਵਾਲੇ ਲੰਗਰ ਵਾਲਾ ਸਥਾਨ ਉਹ ਹੈ, ਇਹਦੇ ਬਾਹਰ ਇੱਕ ਨਿੰਮ ਦਾ ਦਰਖਤ ਵੀ ਉਸ ਵੇਲੇ ਸੀ। ਤੇ ਜਦੋਂ ਜਥੇ ਦੇ ਸਾਰੇ ਮੈਂਬਰਾਂ ਨੇ ਸੰਤਾਂ ਦੇ ਨਾਲ ਆ ਕੇ ਇੱਟ ਵਾਲਾ ਸਥਾਨ ਦੇਖਿਆ ਤਾਂ ਉਹਨਾਂ ਦੇ ਮਨ ਵਿੱਚ ਕੁਟੀਆ ਉਸਾਰਨ ਲਈ ਉਤਪੰਨ ਹੋਏ ਸੰਕਲਪ ਦਾ ਪਹਿਲਾ ਕਾਰਜ ਸੰਪੂਰਨ ਹੋ ਗਿਆ। ਇੱਟ ਵਾਲਾ ਸਥਾਨ ਦਰਅਸਲ 3 ਪਿੰਡਾਂ ਦੀ ਸਾਂਝੀ ਹੱਦ ਸੀ। ਉੱਤਰ ਪੂਰਬ ਵੱਲ ਪਟਰਾਣਾ, ਲਹਿੰਦੇ ਪਾਸੇ ਬੀਬੀ ਦੀ ਪੰਡੋਰੀ, ਉੱਤਰ ਪੱਛਮ ਵੱਲ ਹਰਖੋਵਾਲ ਪਿੰਡ ਦੀ ਹੱਦ ਲੱਗਦੀ ਸੀ। 3 ਪਿੰਡਾਂ ਦੀ ਹੱਦ ਸੀ ਇਹ। ਸੋ ਜਿਸ ਖੇਤ ਵਿੱਚ ਇੱਟ ਰੱਖੀ ਗਈ ਉਹ ਲਾਭ ਸਿੰਘ ਦਾ ਖੇਤ ਸੀ, ਜੋ ਕਿ ਨਾਲ ਹੀ ਸੀ ਸਾਰਿਆਂ ਦੇ। ਤਾਂ ਜਦੋਂ ਉਹਨੇ ਇਹ ਦੇਖਿਆ ਤਾਂ ਉਹਦਾ ਮਨ ਬਹੁਤ ਪ੍ਰਸੰਨ ਹੋਇਆ ਵੀ ਮਹਾਂਪੁਰਸ਼ਾਂ ਦੀ ਸੇਵਾ ਵਾਸਤੇ ਜੇਕਰ ਇਹ ਤੁੱਛ ਜ਼ਮੀਨ ਮਹਾਂਪੁਰਖਾਂ ਦੇ ਕੰਮ ਆ ਜਾਵੇ ਤਾਂ ਹੋਰ ਕੀ ਚਾਹੀਦਾ। ਸੋ ਸਰਦਾਰ ਲਛਮਣ ਸਿੰਘ ਤੇ ਭਾਈ ਮਈਆ ਸਿੰਘ ਰਾਮਗੜੀਆ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸੰਤਾਂ ਦੇ ਕਹਿਣ ਮੁਤਾਬਕ ਸ਼ਬਦ ਕੀਰਤਨ ਕਰਕੇ ਤਾਂ ਫਿਰ ਇਸ ਸ਼ਬਦ ਦਾ ਉੱਥੇ ਜਾਪ ਕੀਤਾ, ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ ਰਹਾਓ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ, ਨਾਨਕ ਦਾਸ ਤਾਂ ਕੀ ਸਰਣਾਈ, ਜਾਂ ਕੋ ਸ਼ਬਦ ਅਖੰਡ ਅਪਾਰ। ਅਰਦਾਸ ਹੋਈ ਤੇ ਕੁਟੀਆ ਬਣਾਉਣ ਦਾ ਜਿਹੜਾ ਕੰਮ ਸੀ ਉਹ ਆਰੰਭ ਹੋ ਗਿਆ। ਇਹ ਸਨ 1919 ਦੀ ਗੱਲ ਹੈ। ਇਹ ਬਿਲਡਿੰਗ ਸੰਤਗੜ੍ਹ ਦੀ ਡੇਰੇ ਦੀ ਸਭ ਤੋਂ ਪਹਿਲਾਂ ਬਣੀ ਹੋਈ ਇਹ ਬਿਲਡਿੰਗ ਸਭ ਤੋਂ ਪਹਿਲੀ ਹੈ। ਸੋ ਇਹ ਕੁਟੀਆ ਨੁਮਾ ਜੋ ਬਿਲਡਿੰਗ ਉਸਾਰੀ ਹੋਈ ਤਾਂ ਸੰਤ ਜਵਾਲਾ ਸਿੰਘ ਜੀ ਇੱਥੇ ਹੀ ਬਹੁਤਾ ਸਮਾਂ ਬਿਰਾਜਦੇ, ਭਜਨ ਬੰਦਗੀ ਇੱਥੇ ਹੀ ਕਰਦੇ। ਸੋ ਇਸ ਤਰ੍ਹਾਂ ਨਾਲ ਸੰਤਾਂ ਦੀ ਜ਼ਿੰਦਗੀ ਜੋ ਮਹਿਲਾਂ ਅਤੇ ਕੁੱਲੀ ਦੇ ਵਿੱਚ ਕੋਈ ਮਹਾਂਪੁਰਖ ਫਰਕ ਨਹੀਂ ਸਮਝਦੇ, ਉਹ ਕਦੇ ਹਰਖ ਸੋਗ ਵਾਧਾ ਘਾਟਾ ਉਹਨਾਂ ਦੇ ਹਿਰਦੇ ਵਿੱਚ ਨਹੀਂ ਆਉਂਦਾ। ਕਦੇ ਜੰਗਲ ਦੀ ਮੱਟੀ ਵਿੱਚ ਜਾ ਬਰਾਜਦੇ, ਕਦੇ ਅੰਬ ਦੇ ਹੇਠਾਂ ਬੈਠ ਜਾਂਦੇ, ਕਦੇ ਸਕੂਟੀਆਂ ਵਿੱਚ ਆ ਜਾਂਦੇ। ਇੱਕ ਦਿਨ ਕਈ ਪ੍ਰੇਮੀਆਂ ਦੇ ਮਨ ਵਿੱਚ ਆਇਆ
ਵੀ ਰਾਤ ਨੂੰ ਸੰਤ ਉੱਥੇ ਇਕੱਲੇ ਰਹਿੰਦੇ ਨੇ, ਉਹਨਾਂ ਦੇ ਕੋਲ ਸਿਰਫ ਇੱਕ ਗੜਵਾ ਹੀ ਹੁੰਦਾ, ਤੇ ਦੇਖੀਏ ਸਹੀ ਵੀ ਸੰਤ ਇਸ਼ਨਾਨ ਕਿੱਦਾਂ ਕਰਦੇ ਆ। ਤੇ ਹਲਟ ਹੱਕਣ ਵਾਲਾ ਤਾਂ ਹਲਟ ਚਲਾਉਣ ਵਾਲਾ ਤਾਂ ਕੋਈ ਨਹੀਂ ਹੁੰਦਾ, ਸੰਤ ਇਸ਼ਨਾਨ ਕਿੱਦਾਂ ਕਰਦੇ। ਤਾਂ ਉਹ ਰਾਤ ਦੇ ਸਮੇਂ ਲੁਕ ਕੇ ਦੇਖਣ ਚਲੇ ਗਏ, ਲੁਕ ਕੇ ਬੈਠ ਗਏ। ਜਦੋਂ ਸੰਤ ਮਹਾਰਾਜ ਦੇ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੋਇਆ ਇਸ਼ਨਾਨ ਦਾ, ਤਾਂ ਮਹਾਂਪੁਰਖ ਜਦੋਂ ਖੂਹ 'ਤੇ ਆਏ ਤਾਂ ਖੂਹ ਆਪਣੇ ਆਪ ਹੀ ਚੱਲਣ ਲੱਗ ਪਿਆ। ਇਹ ਡਰ ਗਏ, ਹੈਰਾਨ ਵੀ ਹੋ ਗਏ, ਨੀਝ ਲਾ ਕੇ ਤੱਕਣ ਲੱਗੇ ਤਾਂ ਚਾਨਣੀ ਰਾਤ ਸੀ। ਇਹ ਦੇਖਣ ਵੀ 3 ਗੁਪਤ ਰੂਹਾਂ ਨੇ ਜਿਹੜੀਆਂ ਉਹ ਹਲਟ ਚਲਾ ਰਹੀਆਂ ਨੇ। ਸੰਤ ਵਸਤਰ ਪਹਿਨ ਕੇ ਕੁਟੀਆ ਵੱਲ ਨੂੰ ਚੱਲ ਪਏ, ਤਾਂ ਇਹ ਮਗਰ ਹੀ ਲੋਕ ਕੇ ਦੇਖਣ ਵਾਲੇ ਇਹ ਪ੍ਰੇਮੀ ਵੀ ਚੱਲ ਪਏ। ਸੰਤਾਂ ਕੋਲ ਆ ਕੇ ਨਮਸਕਾਰ ਕੀਤੀ। ਸੰਤ ਮਹਾਰਾਜ ਹੱਸ ਪਏ। ਸੰਤ ਜਵਾਲਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਬਈ ਪਰਖ ਨਹੀਂ ਕਰੀਦੀ, ਜੇ ਦੇਖਿਆ ਜਾਵੇ ਤਾਂ ਸਾਰੀ ਸ੍ਰਿਸ਼ਟੀ ਹੀ ਸੰਤਾਂ ਦੀ ਸੇਵਾਦਾਰ ਹੁੰਦੀ ਹੈ। ਸੋ ਪਰ ਪਰਖ ਕਰਨੀ ਸੰਸਾਰੀ ਮਨੁੱਖ ਦੇ ਵੱਸ ਦੀ ਗੱਲ ਨਹੀਂ। ਤੇ ਇਸ ਕਰਕੇ ਕਈ ਵਾਰੀ ਲੈਣੇ ਦੇ ਦੇਣੇ ਵੀ ਪੈ ਜਾਂਦੇ, ਤੇ ਤੁਸੀਂ ਆਪਣੇ ਕੰਮ ਦੇ ਨਾਲ ਕੰਮ ਰੱਖਿਆ ਕਰੋ। ਸਾਡੇ ਜੀਵਨ ਦੇ ਵਿੱਚ ਦਖਲ ਦੇਣ ਦੀ ਤੁਹਾਨੂੰ ਕੋਈ ਬਹੁਤੀ ਲੋੜ ਨਹੀਂ। ਸੋ ਨੇੜੇ ਦੇ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਸੰਤਾਂ ਦੀ ਖੂਬ ਚਰਚਾ ਹੋ ਰਹੀ ਸੀ ਬਈ ਭਰ ਜਵਾਨੀ ਦੇ ਵਿੱਚ ਕੋਈ ਮਹਾਂਪੁਰਖ ਇੱਥੇ ਰਹਿ ਰਹੇ। ਜਿਉਂ-ਜਿਉਂ ਸਮਾਂ ਬੀਤਦਾ, ਸੰਗਤਾਂ ਦਾ ਤੇ ਸ਼ਰਧਾਲੂਆਂ ਦਾ ਵਾਧਾ ਹੋ ਰਿਹਾ ਸੀ। ਸੰਤਾਂ ਨਾਲ ਸਭ ਦਾ ਹੀ ਅਥਾਹ ਪਿਆਰ, ਸੰਤ ਵੀ ਆਪਣੀ ਸੰਗਤ ਦਾ ਪੂਰਾ ਸਤਿਕਾਰ ਕਰਦੇ। ਪਰ ਅਜੇ ਤੱਕ ਸੰਤਾਂ ਦੇ ਕੋਲ ਕੋਈ ਵੀ ਪ੍ਰੇਮੀ ਪੱਕੇ ਤੌਰ 'ਤੇ ਰਹਿਣ ਨਹੀਂ ਸੀ ਲੱਗਿਆ। ਸੰਤ ਇਕੱਲੇ ਹੀ ਰਹਿੰਦੇ ਸੀ। ਇੱਕ ਦਿਨ ਹਰਖੋਵਾਲ ਨਿਵਾਸੀ ਸਰਦਾਰ ਨਰੈਣ ਸਿੰਘ ਤੇ ਉਸ ਦੀ ਸੁਪਤਨੀ ਉੱਤਮ ਦੇਈ ਆਪਣੇ ਪੇਕੇ ਪਿੰਡ ਕੰਦੋਲੇ ਗਈ, ਤੇ ਸੰਤਾਂ ਬਾਰੇ ਜ਼ਿਕਰ ਚੱਲਣਾ ਤਾਂ ਲਾਜ਼ਮੀ ਸੀ। ਤੇ ਜਦੋਂ ਸੰਤਾਂ ਬਾਰੇ ਬਚਨ ਹੋਇਆ ਤਾਂ ਉੱਥੇ ਸੰਗਤਾਂ ਦੇ ਵਿੱਚ ਬਹੁਤ ਉਤਾਵਲਾਪਣ ਹੋਇਆ, ਤੇ ਉਹ ਤਾਂ ਸੰਤਾਂ ਦੇ ਬਚਨ ਸੁਣ ਕੇ, ਸੰਤਾਂ ਦੀ ਮਹਿਮਾ ਸੁਣ ਕੇ ਆਪਣੀ ਭੈਣ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਿਆ। ਪਰ ਆਪਣੇ ਮਨ ਦੇ ਵਿੱਚ ਇੱਕ ਫੁਰਨਾ ਲੈ ਗਿਆ। ਫੁਰਨਾ ਕੀ ਸੀ ਵੀ ਜੇਕਰ ਸੰਤ ਜਾਂਦੇ ਦਾ ਹੀ ਮੇਰਾ ਨਾਮ ਲੈ ਕੇ ਮੈਨੂੰ ਬੁਲਾਉਣ ਤਾਂ ਮੈਂ ਮੰਨਾਂਗਾ ਵੀ ਸੱਚਾ ਸੰਤ ਹੈ। ਤੇ ਇਹ ਭੈਣ ਭਰਾ ਜਿਸ ਵੇਲੇ ਸੰਤਾਂ ਦੀ ਕੁਟੀਆ ਪਹੁੰਚੇ ਤਾਂ ਜੋ ਮਿੱਠਾ ਪ੍ਰਸ਼ਾਦ ਲੈ ਕੇ ਆਏ ਸੀ ਸੰਤਾਂ ਦੇ ਸਨਮੁਖ ਰੱਖ ਕੇ ਮੱਥਾ ਟੇਕਿਆ। ਸੰਤ ਹੱਸ ਪਏ। ਹੱਸ ਕੇ ਕਹਿਣ ਲੱਗੇ, ਭਾਈ ਜੀਵਨ ਸਿੰਘ ਆ ਗਿਆ। ਹੁਣ ਆਪਣੇ ਪਿਛਲੇ ਜੀਵਨ ਦੀ, ਪਿਛਲੇ ਜਨਮ ਦੀ ਜਿਹੜੀ ਸੇਵਾ ਤੁਹਾਡੀ ਰਹਿੰਦੀ ਹੈ ਉਹ ਸੇਵਾ ਸੰਭਾਲੋ। ਹੁਣ ਤੁਸੀਂ ਕਿਤੇ ਨਹੀਂ ਜਾਣਾ, ਹੁਣ ਤੁਸੀਂ ਸਾਡੇ ਕੋਲ ਹੀ ਰਹਿਣਾ। ਤਾਂ ਸੰਤਾਂ ਦੇ ਅੰਤਰਜਾਮਤਾ ਵਾਲੇ ਬਚਨ ਜਿਸ ਵੇਲੇ ਜੀਵਨ ਸਿੰਘ ਨੇ ਸੁਣੇ ਤਾਂ ਉਹ ਗਦਗਦ ਹੋ ਗਿਆ। ਜੋ ਭਾਵਨਾ ਲੈ ਕੇ ਆਇਆ ਸੀ ਉਹ ਆਉਂਦਿਆਂ ਸਾਰ ਭਾਵਨਾ ਪੂਰੀ ਹੋ ਗਈ, ਤੇ ਮਹਾਂਪੁਰਖਾਂ ਨੇ ਨਾਮ ਲੈ ਕੇ ਵੀ ਬੁਲਾਇਆ ਤੇ ਕੋਲ ਰਹਿਣ ਦਾ ਬਚਨ ਵੀ ਕਰਤਾ, ਤੇ ਇਹ ਵੀ ਕਹਿ ਦਿੱਤਾ ਵੀ ਪਿਛਲੇ ਜਨਮ ਦੀ ਸੇਵਾ ਤੁਹਾਡੀ ਜਿਹੜੀ ਰਹਿੰਦੀ ਹੈ ਉਹ ਕਰੋ ਹੁਣ ਆ ਕੇ। ਫਿਰ ਜਿਸ ਵੇਲੇ ਉਸ ਦੀ ਭੈਣ ਜਾਣ ਲੱਗੀ ਤਾਂ ਸੰਤਾਂ ਨੇ ਪੁੱਛਿਆ, ਜੀਵਨ ਸਿੰਘ ਤੇਰਾ ਕੀ ਵਿਚਾਰ ਹੈ? ਤਾਂ ਜੀਵਨ ਸਿੰਘ ਕਹਿਣ ਲੱਗਾ, ਹਜ਼ੂਰ ਤੁਸੀਂ ਬੜੇ ਕਿਰਪਾਲੂ ਹੋਏ ਹੋ ਦਾਸ ਤੇ ਆਪ ਬਚਨ ਕੀਤਾ, ਇਸ ਕਰਕੇ ਦਾਸ ਨੂੰ ਹੁਣ ਆਪਣੀ ਟਹਿਲ ਸੇਵਾ ਦੇ ਵਿੱਚ ਲਾ ਲਵੋ। ਟਹਿਲ ਮਹਿਲ ਤਾਂ ਕਉ ਮਿਲੈ ਜਾਂ ਕਉ ਸਾਧ ਕਿਰਪਾਲ। ਤੋ ਸਭ ਤੋਂ ਪਹਿਲਾਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਆਉਣ ਵਾਲੇ ਇਹ ਭਾਈ ਜੀਵਨ ਸਿੰਘ ਜੀ ਸੇਵਾਦਾਰ ਸਨ। ਸੰਤਾਂ ਦੀ ਮਹਿਮਾ ਦਿਨ ਰਾਤ ਸਾਰੇ ਪਾਸੇ ਫੈਲ ਰਹੀ ਸੀ। ਪਰ ਇੱਕ ਨੇੜੇ ਹੀ ਨਗਰ ਜੋ ਢਗਾਣਗੜ੍ਹ ਸੀ, ਉੱਥੇ ਦੇ ਬਹੁਤੇ ਲੋਕ ਮਹਾਂਪੁਰਖਾਂ ਦੇ ਬਾਬਤ ਮਾੜੇ ਬਚਨ ਹੀ ਬੋਲਿਆ ਕਰਦੇ। ਇਹ ਸੰਸਾਰ ਦੀ ਰੀਤ ਚੱਲੀ ਆਉਂਦੀ ਹੈ, ਜਿੱਥੇ ਨੇਕੀ ਹੈ ਉੱਥੇ ਬਦੀ ਹੈ, ਜਿੱਥੇ ਰਾਗ ਦਵੈਸ਼, ਗੁਰਮੁਖ ਮਨਮੁਖ, ਇਹ ਸੰਘਰਸ਼ ਚੱਲਦਾ ਹੀ ਰਹਿੰਦਾ ਹੈ। ਸੋ ਇਹ ਲੋਕ ਬਿਮਲ ਮੁਝਾਰ ਬਸਸ ਨਿਰਮਲ ਜਲ ਪਦਮਨ ਜਾਵ ਲਰੇ। ਸੋ ਜਿਸ ਤਰ੍ਹਾਂ ਨਾਲ
ਜਿਹੜੀ ਚਿਚੜੀ ਹੁੰਦੀ ਹੈ ਉਹ ਥਣਾਂ ਦੇ ਲਾਗੇ ਰਹਿਣ ਦੇ ਬਾਵਜੂਦ ਵੀ ਦੁੱਧ ਨਹੀਂ ਪੀ ਸਕਦੀ, ਲਹੂ ਹੀ ਪੀਂਦੀ ਹੈ। ਸੋ ਇਹ ਲੋਕ ਨਿੰਦਿਆ ਕਰਦੇ, ਇੱਥੋਂ ਤੱਕ ਵੀ ਕਹਿ ਦਿੰਦੇ ਵੀ ਇਹੋ ਜਿਹਾ ਨੌਜਵਾਨ ਸਾਧ ਇਹ ਜ਼ਰੂਰ ਕਿਸੇ ਨਾ ਕਿਸੇ ਦੀ ਲੜਕੀ ਅਗਵਾ ਕਰਕੇ ਲੈ ਜਾਏਗਾ। ਇਹੋ ਜਿਹੀਆਂ ਗੱਲਾਂ ਸੰਤਾਂ ਦੇ ਕੋਲ ਜਦੋਂ ਆਉਂਦੀਆਂ, ਸੰਤ ਹੱਸ ਕੇ ਕਹਿ ਦਿੰਦੇ, ਭਾਈ ਲੜਕੀ ਤਾਂ ਨਹੀਂ ਕੋਈ ਲਿਜਾਂਦੇ, ਪਰ ਤੁਹਾਡੇ ਪਿੰਡ ਦਾ ਲੜਕਾ ਜ਼ਰੂਰ ਲਿਜਾਵਾਂਗੇ। ਸੋ ਇਸ ਤਰ੍ਹਾਂ ਨਾਲ ਸਾਧ ਬਚਨ ਅਟਲਾਦਾ। ਸੋ ਇਸ ਪਿੰਡ ਦਾ ਹੀ ਭਾਈ ਕਰਤਾਰ ਸਿੰਘ, ਜੋ ਕਿ ਮਹਾਂਪੁਰਸ਼ਾਂ ਦਾ ਪ੍ਰੇਮੀ ਬਣ ਗਿਆ ਤੇ ਸੰਤਾਂ ਦੀ ਸੇਵਾ ਦੇ ਵਿੱਚ ਪੱਕਾ ਹੀ ਆ ਗਿਆ। ਭਾਈ ਜੀਵਨ ਸਿੰਘ ਤੇ ਦੂਜੇ ਨੰਬਰ ਤੇ ਭਾਈ ਕਰਤਾਰ ਸਿੰਘ, ਇਹ ਦੋ ਸੇਵਾਦਾਰ ਫਿਰ ਸੰਤਾਂ ਦੇ ਕੋਲ ਪੱਕੇ ਤੌਰ ਤੇ ਰਹਿਣ ਲੱਗ ਪਏ। ਡੇਰੇ ਵਿੱਚ ਗੁਰੂ ਦਾ ਲੰਗਰ ਤਿਆਰ ਹੋਣ ਲੱਗ ਪਿਆ। ਫਿਰ ਜ਼ਰੂਰੀ ਸੀ ਵੀ ਪਾਣੀ ਦੀ ਖੁੱਲ੍ਹੀ ਵਰਤੋਂ ਲਈ ਕੋਈ ਨਾ ਕੋਈ ਸਾਧਨ ਹੁੰਦਾ। ਗਰਮੀਆਂ ਦੇ ਦਿਨ ਆ ਗਏ। ਇੱਕ ਦਿਨ ਸੰਗਤਾਂ ਵੱਲੋਂ ਵਰਿਆਮ ਸਿੰਘ ਰਾਮਗੜੀਆ ਤੇ ਨਾਇਬ ਸੂਬੇਦਾਰ ਕਰਮ ਸਿੰਘ, ਇਹਨਾਂ ਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਜਲ ਦੀ ਮਹਾਰਾਜ ਘਾਟ ਬਹੁਤ ਹੈ, ਇਸ ਘਾਟ ਨੂੰ ਦੂਰ ਕਰਨ ਦੀ ਸੋਚੀ ਜਾਵੇ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸੰਤਾਂ ਨੇ ਅਰਦਾਸ ਕਰਕੇ ਇੱਕ ਟੱਕ ਲਾ ਦਿੱਤਾ ਤੇ ਬਚਨ ਕੀਤਾ ਵੀ ਇੱਥੇ ਖੂਹ ਲਵਾਓ। ਕੰਮ ਸਾਰਨ ਵਾਸਤੇ ਗੱਡੇ ਦੇ ਪਹੀਏ ਉੱਤੇ ਸੋ ਕੱਚੀ ਖੂਹੀ ਸਿਰਜਣੀ ਸ਼ੁਰੂ ਕੀਤੀ। ਉਸ ਖੂਹੀ ਦਾ ਪਾਣੀ ਇੰਨਾ ਮਿੱਠਾ ਤੇ ਸਵਾਦਲਾ ਨਿਕਲਿਆ ਵੀ ਅਜੇ ਤੱਕ ਵੀ ਹਰਖਵਾਲ ਲੰਗਰ ਦੇ ਵਿੱਚ ਉਸ ਖੂਹੀ ਦਾ ਹੀ ਜਲ ਵਰਤਿਆ ਜਾਂਦਾ ਹੈ। ਔਰ ਦੇਗ ਬਣਾਉਣ ਵਾਸਤੇ ਤੇ ਰੋਜ਼ਾਨਾ ਖਾਸ ਕਰਕੇ ਹੀ ਉਸ ਖੂਹੀ ਦਾ ਜਲ ਹੀ ਵਰਤਿਆ ਜਾਂਦਾ। ਸੋ ਉਸ ਖੂਹੀ ਨੂੰ ਬਣਾਉਂਦਿਆਂ ਹੋਇਆਂ ਇੱਕ ਭਾਣਾ ਵਰਤਿਆ ਬਈ ਇੱਕ ਸੇਵਾਦਾਰ ਜਿਹੜਾ ਉੱਥੇ ਸੇਵਾ ਕਰ ਰਿਹਾ ਸੀ, ਬੋਕੀ ਦਾ ਰੱਸਾ ਟੁੱਟ ਗਿਆ ਤੇ ਬੋਕੀ ਉਹਦੇ ਸਿਰ ਵਿੱਚ ਵੱਜੀ ਜਾ ਕੇ ਤੇ ਉਹ ਬਿਲਕੁਲ ਬੇਹੋਸ਼ ਹੋ ਕੇ ਡਿੱਗ ਪਿਆ। ਮਹਾਂਪੁਰਖਾਂ ਨੂੰ ਖਬਰ ਪਹੁੰਚੀ। ਇੱਕਦਮ ਮਹਾਂਪੁਰਖ ਉੱਥੇ ਆਏ, ਉਹਨੂੰ ਕਲਾਵੇ ਵਿੱਚ ਲਿਆ, ਜਲ ਦਾ ਛਿੱਟਾ ਦਿੱਤਾ ਔਰ ਵਚਨ ਕੀਤਾ ਵੀ ਤੈਨੂੰ ਕੁਝ ਨਹੀਂ ਹੋਇਆ, ਤੂੰ ਬਿਲਕੁਲ ਠੀਕ ਠਾਕ ਹੈ। ਬਸ ਬਚਨ ਕਰਦਿਆਂ ਸਾਰ ਉਹ 9/9 ਹੋ ਗਿਆ। ਇਸ ਤਰ੍ਹਾਂ ਦੇ ਅਨੇਕਾਂ ਕੌਤਕ ਮਹਾਂਪੁਰਸ਼ਾਂ ਦੇ ਉੱਥੇ ਵਰਤੇ। ਹਾੜ ਦਾ ਮਹੀਨਾ, ਗਰਮੀ ਦਾ ਕਹਿਰ ਸੀ, ਕਾਂ ਅੱਖ ਨਿਕਲਦੀ ਸੀ। ਸੋ ਉਸ ਵੇਲੇ ਵੀ ਮਾਈ ਮਾਲਣ ਸੀ ਜਿਹੜੀ, ਉਹ ਮਹਾਂਪੁਰਸ਼ਾਂ ਵਾਸਤੇ ਪ੍ਰਸ਼ਾਦਾ ਜ਼ਰੂਰ ਲੈ ਕੇ ਆਉਂਦੀ। ਇਹ ਪੱਕੇ ਪ੍ਰੇਮੀਆਂ ਦੀ ਗੱਲ ਹੈ। ਝੱਖੜ ਝਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ। ਸੋ ਅਨੇਕ ਤਰ੍ਹਾਂ ਦੇ ਨਾਲ ਮਹਾਰਾਜ ਦੇ ਪਿਆਰੇ, ਗੁਰੂ ਸਾਹਿਬਾਂ ਦੇ ਪਿਆਰੇ, ਮਹਾਂਪੁਰਸ਼ਾਂ ਦੇ ਪਿਆਰੇ ਆਪਣੀ ਜੋ ਸੇਵਾ ਗੁਰੂ ਸਾਹਿਬ ਨੇ ਲਾਈ ਹੁੰਦੀ ਹੈ ਉਸ ਸੇਵਾ ਨੂੰ ਨਿਭਾਇਆ ਕਰਦੇ ਹਨ। ਸੋ ਸੰਤ ਜਵਾਲਾ ਸਿੰਘ ਜੀ ਨੂੰ ਬਾਬਾ ਆਇਆ ਸਿੰਘ ਜੀ ਨੇ ਬਚਨ ਕਰ ਦਿੱਤਾ ਹੋਇਆ ਸੀ ਕਿ ਕਦੇ ਵੀ ਕਿਸੇ ਕੋਲੋਂ ਕੁਝ ਮੰਗਣਾ ਨਹੀਂ। ਤੇ ਨਿਰਸੰਦੇਹ ਇਹ ਬਚਨ ਸੰਤ ਜਵਾਲਾ ਸਿੰਘ ਜੀ ਨੇ ਸਾਰੀ ਜ਼ਿੰਦਗੀ ਕਮਾਇਆ, ਪੱਲੇ ਬੰਨ੍ਹ ਕੇ ਰੱਖਿਆ। ਹੈਰਾਨੀ ਦੀ ਗੱਲ ਇਹ ਸੀ ਬਈ ਮਹਾਂਪੁਰਖਾਂ ਨੇ ਤਾਂ ਇਹ ਬਚਨ ਨਿਭਾਉਣਾ ਹੀ ਸੀ, ਪਰ ਮਹਾਂਪੁਰਖਾਂ ਦੇ ਜਿਹੜੇ ਸੰਗੀਆਂ ਨੇ ਵੀ ਇਸ ਬਚਨ ਦਾ ਜਾਣਕਾਰੀ ਜਿਨ੍ਹਾਂ ਨੂੰ ਹੋਈ, ਉਹਨਾਂ ਨੇ ਵੀ ਇਹ ਬਚਨ ਨਿਭਾਇਆ। ਹਰਖਵਾਲ ਦੇ ਨਾਲ ਸੰਬੰਧ ਰੱਖਣ ਵਾਲਾ ਕੋਈ ਵੀ ਪ੍ਰੇਮੀ, ਕੋਈ ਵੀ ਸੰਤ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਅੱਡਦਾ। ਉਹ ਮਰਜ਼ਾਦਾ ਸਦਾ ਵਾਸਤੇ ਕਾਇਮ ਬਣ ਗਈ। ਸੋ ਡੇਰੇ ਦਾ ਸਾਰਾ ਲੰਗਰ ਆਦਿ ਦਾ ਪ੍ਰਬੰਧ ਸੰਗਤਾਂ ਦੀ ਨੇਕ ਕਮਾਈ ਤੇ ਚੱਲਦਾ। ਸੋ ਇਸ ਵਿੱਚ ਬੀਬੀ ਦੀ ਪੰਡੋਰੀ ਜੋ ਨਾਲ ਦਾ ਪਿੰਡ ਹੈ, ਨੇੜੇ ਹੋਣ ਕਰਕੇ ਇਸ ਪਿੰਡ ਦੀਆਂ ਸੰਗਤਾਂ ਵਿਸ਼ੇਸ਼ ਕਰਕੇ ਸੇਵਾ ਕਰਦੀਆਂ। ਇਹਨਾਂ ਸੰਗਤਾਂ ਦੇ ਵਿੱਚ ਭਾਈ ਨੰਦ ਸਿੰਘ, ਬੰਸ ਸਿੰਘ, ਹਜ਼ਾਰਾ ਸਿੰਘ, ਕਰਤਾਰ ਸਿੰਘ, ਰਾਮਗੜੀਏ ਭਾਈ ਜੈਮਲ ਸਿੰਘ, ਵੀਰ ਸਿੰਘ, ਸੋ ਹੋਰ ਅਨੇਕਾਂ ਸੇਵਾਦਾਰ ਸੰਤਾਂ ਦੀ ਸੇਵਾ ਕਰਦੇ। ਕੇਵਲ ਸਿੱਖ ਪਰਿਵਾਰਾਂ ਦੇ ਵਿੱਚ ਹੀ ਬਾਬਾ ਜਵਾਲਾ ਸਿੰਘ ਦਾ ਸਤਿਕਾਰ ਨਹੀਂ ਸੀ।
ਲਾਗੇ ਦੇ ਜਿੰਨੇ ਮੁਸਲਮਾਨ ਭਰਾ ਵੀ ਸਨ ਉਹ ਵੀ ਸੰਤਾਂ ਦਾ ਬਹੁਤ ਸਤਿਕਾਰ ਕਰਦੇ ਸੀ। ਬਾਬਾ ਜਵਾਲਾ ਸਿੰਘ ਜੀ ਨੇ ਭਾਈ ਆਨੰਦ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਗ੍ਰੰਥੀ ਥਾਪ ਦਿੱਤਾ ਤੇ ਉਹ ਸੇਵਾ ਉਹਨੇ ਬਹੁਤ ਸਿਦਕ ਦੇ ਨਾਲ, ਬਹੁਤ ਪ੍ਰੇਮ ਦੇ ਨਾਲ ਨਿਭਾਈ। ਤੇ ਭਾਈ ਆਨੰਦ ਸਿੰਘ ਜੀ ਦੀ ਸੇਵਾ ਮਹਾਂਪੁਰਖਾਂ ਨੇ ਦੇਖ ਕੇ ਪ੍ਰਸੰਨ ਹੋ ਕੇ ਇੱਕ ਵਾਰੀ ਬਚਨ ਕਰਿਆ, ਕੋਈ ਮੰਗ ਹੈ ਤਾਂ ਦੱਸੋ, ਮਹਾਰਾਜ ਦੇ ਘਰੋਂ ਪੂਰੀ ਕਰਵਾਈਏ। ਤੇ ਅੱਗਿਓਂ ਹੱਥ ਜੋੜ ਕੇ ਭਾਈ ਆਨੰਦ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜਿਹੜੀ ਆਹ ਸੇਵਾ ਤੁਸੀਂ ਮੈਨੂੰ ਬਖਸ਼ੀ ਹੈ, ਮੇਰੇ ਤੇ ਕਿਰਪਾ ਕਰੋ, ਮੈਂ ਅਖੀਰਲੇ ਸਵਾਸ ਤੱਕ ਇਹ ਸੇਵਾ ਕਰਦਾ ਰਹਾਂ। ਮਹਾਂਪੁਰਸ਼ ਕਹਿੰਦੇ ਹੋਰ ਕੋਈ ਦੁਨਿਆਵੀ ਮੰਗ ਹੈ ਤਾਂ ਦੱਸ ਦੇ। ਤਾਂ ਮਹਾਂਪੁਰਸ਼ਾਂ ਦੇ ਵਚਨ ਸੁਣ ਕੇ ਭਾਈ ਆਨੰਦ ਸਿੰਘ ਜੀ ਤਾਂ ਚੁੱਪ ਕਰ ਗਏ। ਪਰ ਮਹਾਂਪੁਰਸ਼ ਜਾਣਦੇ ਸੀ ਕਿ ਉਮਰ ਵਡੇਰੀ ਹੋ ਗਈ, ਪਰ ਆਨੰਦ ਸਿੰਘ ਦੇ ਘਰ ਔਲਾਦ ਨਹੀਂ ਹੈ, ਪੁੱਤਰ ਨਹੀਂ ਹੈ। ਤਾਂ ਮਹਾਂਪੁਰਸ਼ਾਂ ਨੇ ਇਹਦੇ ਬਿਨਾਂ ਕਹੇ ਤੇ ਬਚਨ ਕਰਤਾ, ਸਤਿਗੁਰੂ ਭਲੀ ਕਰਨਗੇ, ਤੇਰੇ ਘਰ ਪੁੱਤਰ ਆਵੇਗਾ, ਉਹਦਾ ਨਾਮ ਕਰਤਾਰ ਸਿੰਘ ਰੱਖੀ, 7 ਪੁੱਤਰਾਂ ਵਰਗਾ ਹੋਵੇਗਾ। ਮਹਾਂਪੁਰਖ ਬਹੁਤ ਪ੍ਰਸੰਨਤਾ ਦੇ ਵਿੱਚ ਇਹ ਬਚਨ ਕਰ ਰਹੇ ਸੀ। ਸਾਧੂ ਦੀ ਖੁਸ਼ੀ ਮਿਲ ਜਾਣੀ ਬਹੁਤ ਵੱਡੀ ਗੱਲ ਹੋਇਆ ਕਰਦੀ ਹੈ। ਸੋ ਮਹਾਂਪੁਰਸ਼ਾਂ ਨੇ ਜਦ ਇਹ ਬਚਨ ਕਰ ਦਿੱਤਾ ਤਾਂ ਭਾਈ ਆਨੰਦ ਸਿੰਘ ਬਹੁਤ ਖੁਸ਼ੀ ਦੇ ਨਾਲ ਘਰ ਨੂੰ ਵਾਪਸ ਆਇਆ ਔਰ ਸਾਰਿਆਂ ਨੂੰ ਇਹ ਗੱਲ ਦੱਸੀ ਵੀ ਮਹਾਂਪੁਰਸ਼ਾਂ ਨੇ ਅੱਜ ਆਹ ਬਖਸ਼ਿਸ਼ ਕੀਤੀ ਹੈ। ਤੇ ਮਹਾਂਪੁਰਖਾਂ ਦਾ ਬਚਨ ਫਲੀਭੂਤ ਹੋਣਾ ਹੀ ਸੀ। ਸਾਲ ਦੇ ਅੰਦਰ ਅੰਦਰ ਭੁਜੰਗੀ ਦੀ ਦਾਤ ਮਹਾਰਾਜ ਨੇ ਬਖਸ਼ ਦਿੱਤੀ। ਨਾਮ ਵੀ ਕਰਤਾਰ ਸਿੰਘ ਹੀ ਰੱਖਿਆ। ਹੁਣ ਸਾਰੇ ਇਲਾਕੇ ਵਿੱਚ ਚਰਚਾ ਹੋਣ ਲੱਗ ਪਈ ਵੀ ਭਾਈ ਆਨੰਦ ਸਿੰਘ ਦੀ ਤਾਂ ਉਮਰ ਵੀ ਕਿੱਡੀ ਵਡੇਰੀ ਹੋ ਗਈ, ਕਿ ਇਸ ਉਮਰ ਦੇ ਵਿੱਚ ਜਾ ਕੇ ਮਹਾਂਪੁਰਸ਼ਾਂ ਦੇ ਬਚਨਾਂ ਦੇ ਨਾਲ ਪੁੱਤਰ ਹੋਇਆ ਹੈ। ਸੋ ਇੱਥੇ ਗੁਰਬਾਣੀ ਦੀ ਪੰਕਤੀ ਮਹਾਰਾਜ ਬਚਨ ਕਰਦੇ, ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟਹਿ ਬਿਨਾਸੀ, ਇੱਕ ਸਾਧ ਬਚਨ ਨੇਹ ਚਲਾਦਾ। ਜੇ ਇਸ ਤਰ੍ਹਾਂ ਗੁਰੂ ਸਾਹਿਬਾਂ ਦੇ ਪਵਿੱਤਰ ਜੀਵਨ ਇਤਿਹਾਸ ਵਿੱਚ ਅਨੇਕਾਂ ਸਾਖੀਆਂ ਆਉਂਦੀਆਂ ਵੀ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਔਲਾਦ ਨਹੀਂ ਸੀ, ਚਾਹੇ ਬਾਬਾ ਆਦਮ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ, ਚਾਹੇ ਸਾਧ ਸਿੰਘ ਜੀ ਬੀਬੀ ਸੁਲੱਖਣੀ ਸੀ 6ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ, ਹੋਰ ਅਨੇਕਾਂ ਸਾਖੀਆਂ ਆਉਂਦੀਆਂ। ਪਰ ਜਦੋਂ ਗੁਰੂ ਕਿਆਂ ਨੇ ਬਚਨ ਕਰ ਦਿੱਤਾ, ਗੁਰੂ ਮਹਾਰਾਜ ਨੇ ਬਚਨ ਕਰ ਦਿੱਤਾ, ਤਾਂ ਉਹਨਾਂ ਦੇ ਬਚਨਾਂ ਦੇ ਸਦਕਾ ਤੋ ਉਹਨਾਂ ਘਰਾਂ ਨੂੰ ਭਾਗ ਲੱਗ ਗਏ। ਤਾਂ ਹੁਣ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਵੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹਨਾਂ ਵਿੱਚ ਤੇ ਰੱਬ ਜੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਜਿਸ ਤਰ੍ਹਾਂ ਗੁਰੂ ਸਾਹਿਬ ਆਪਣਿਆਂ ਸੇਵਕਾਂ ਤੇ ਬਖਸ਼ਿਸ਼ਾਂ ਕਰਦੇ ਸੀ, ਹੁਣ ਗੁਰੂ ਸਾਹਿਬਾਂ ਦੇ ਪਿਆਰੇ ਨਾਮ ਜਪ ਕੇ ਗੁਰੂ ਸਾਹਿਬਾਂ ਦੇ ਵਿੱਚ ਅਭੇਦ ਹੋ ਚੁੱਕੇ, ਜਿਹੜੇ ਹਰ ਜਨ ਦੁਇ ਏਕ ਹੈ, ਉਸ ਅਵਸਥਾ ਨੂੰ ਮਾਨਣ ਵਾਲੇ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਐਸੇ ਮਹਾਂਪੁਰਖ ਸੋ ਉਹ ਵੀ ਬਖਸ਼ਿਸ਼ਾਂ ਕਰਨ ਦੇ ਸਮਰੱਥ ਹੋਇਆ ਕਰਦੇ। ਤੋ ਮਹਾਂਪੁਰਖਾਂ ਦੇ ਬਚਨਾਂ ਦਾ ਸਦਕਾ ਵਡੇਰੀ ਉਮਰ ਦੇ ਵਿੱਚ ਵੀ ਭਾਈ ਆਨੰਦ ਸਿੰਘ ਦੇ ਗ੍ਰਹਿ ਪੁੱਤਰ ਦਾ ਜਨਮ ਹੋਇਆ। ਸੋ ਇਸ ਤਰ੍ਹਾਂ ਨਾਲ ਅਨੇਕ ਤਰ੍ਹਾਂ ਦੀਆਂ ਖੁਸ਼ੀਆਂ ਮਹਾਂਪੁਰਖ ਆਪਣਿਆਂ ਸੇਵਕਾਂ ਨੂੰ ਬਖਸ਼ਿਆ ਕਰਦੇ। ਮਿਸਤਰੀ ਵੀਰ ਸਿੰਘ, ਇਹਨੂੰ ਵੀ ਬਿਪਤਾ ਦੇ ਸਮੇਂ ਇੱਕ ਸਮੇਂ ਮਹਾਂਪੁਰਖਾਂ ਨੇ ਬਚਾਇਆ, ਦਰਸ਼ਨ ਦਿੱਤੇ ਔਰ ਨਾਲ ਹੋ ਕੇ ਆਪਣੇ ਸੇਵਕ ਦੀ ਰੱਖਿਆ ਕੀਤੀ। ਸੰਤ ਜਵਾਲਾ ਸਿੰਘ ਜੀ ਮਹਾਰਾਜ ਗਰੀਬ ਨਵਾਜ, ਗਰੀਬਾਂ ਨੂੰ ਨਵਾਜਣ ਵਾਲੇ ਮਹਾਂਪੁਰਖ। ਜਿਸ ਵੇਲੇ ਨਾਲ ਪਿੰਡ ਬੀਬੀ ਦੀ ਪੰਡੋਰੀ, ਭਾਈ ਬਤਨ ਸਿੰਘ ਤੇ ਸਰਦਾਰ ਕਰਤਾਰ ਸਿੰਘ, ਇਹਨਾਂ ਦੀ ਮਾਤਾ ਬਹੁਤ ਬਿਰਧ ਹੋ ਚੁੱਕੀ, ਪਰ ਉਹਦਾ ਸੰਤਾਂ ਨਾਲ ਪ੍ਰੇਮ ਬੜਾ ਸੀ ਤੇ ਸੰਤਾਂ ਦੇ ਸਾਰੇ ਬਚਨ ਵੀ ਮੰਨਦੇ ਸੀ ਮਾਤਾ ਜੀ। ਜਦੋਂ ਮਾਈ ਦਾ ਅਖੀਰਲਾ ਸਮਾਂ ਆਇਆ ਤਾਂ ਉਹਨਾਂ ਪੁੱਤਰਾਂ ਨੇ ਪੁੱਛਿਆ, ਮਾਤਾ ਤੇਰੀ ਕੋਈ ਆਖਰੀ ਇੱਛਾ, ਤੇਰੇ ਮਨ ਦੇ ਵਿੱਚ ਕੋਈ ਇੱਛਾ ਹੋਵੇ ਤਾਂ ਦੱਸ। ਤਾਂ ਮਾਈ ਨੇ ਬਹੁਤ ਹੌਲੀ ਹੌਲੀ ਬੋਲ ਕੇ ਕਿਹਾ ਵੀ ਜੇ ਕਿਤੇ ਸੰਤ ਮਹਾਰਾਜ ਦੇ ਮੈਨੂੰ ਦਰਸ਼ਨ ਹੋ ਜਾਣ ਇਸ ਵੇਲੇ
तां होर मैनूं कुछ नहीं चाहिदा। दोनों जने संतां कोल आए, संतां नूं सारी गल दसी। संत कहंदे तुसीं फिक्र ना करो, असीं सवेरे अमृत वेले आवांगे, जरूर आवांगे। सारा परिवार माता दे कोले बरागमई अवस्था विच बैठा। संत जी भी आ गए। अमृत वेले दा समां, हत्थ दे विच बांस दा खूंडा फड़िया होया, दूजे हत्थ विच पानी दा गड़बा, ते माई टिकटकी ला के संतां नूं देख रही। तां संत महाराज बहुत प्यार दे नाल कहंदे, माता हुण चाला पाउण दा समां हो गया, हुण कूच करो, ये संसार सदा थिर रहण वाला नहीं। इन्ने बचन कहण दी देर सी कि महापुरुषां दे बचनां दे नाल ही उस माई दा जिहड़ा रूह सी, माई दी रूह वो भौर उडारी मार गया। सो माता सचखंड चली गई। परिवार नूं भाणा मन्नण दा उपदेश महापुरखां ने दिता। वाहिगुरू दे जाप दे विच लीन होण अते सोग ना मनाउण दा महापुरखां ने वचन कीता। सोग नहीं करना, वाहिगुरू दे भाणे दे विच इह जिहड़ा सारा कुछ होया है। सो इस तरह नाल साध संगत संत बाबा ज्वाला सिंह जी अपना समा बिता रहे और संगतां दा भला कर रहे सी। 1919 दी सरद रुत बीत गई। पतझड़ ने अपना रंग बन्निया होया सी। सारी बनस्पति रुंड मुंड सन्यासी दिगंबर वांगू दिखाई दे रही सी। थोड़े दिनां दे विच रुंड मुंड बनस्पति हरियाली दी भा मारन लग पई। बसंत दे दिन आ गए, रंग बरंगे फुल खिड़न लगे, अंबां ते नवां जोबन आउण लग्या, कणकां निसर गईयां। जिमीदार फसलां दी सही सलामती लई अरदासां कर रहे सी। बागवान अपने बागां नूं तक के खुश हो रहे सी। सो इस तरह दा समां सी। ते जिस तरह बचन है, कबीर जिस मरने ते जग डरे मेरे मन आनंद। कोई ना कोई बहाना बनता। तो महापुरख बाबा आया सिंह जी, संत बाबा ज्वाला सिंह जी दे जो गुरुदेव महापुरख सन, उन्होंने संसार तो जाण दी खेड बनाई और अपना शरीर त्याग दिता। महापुरख बिल्कुल वचन करके ते संगत दे विच चादरा लैके लम्मे पै गए। अखीर वेले सिर्फ एक वाहिगुरू की आवाज़ उन्होंने मुख तो सारियां ने सुनी। 28 असू सन 1919 ईस्वी महापुरख ज्योति जोत समा गए। संतां दे शरीर नूं पूरी साज धज दे नाल भवान विच विराजमान करके गुरु ग्रंथ साहिब की हजूरी च अरदासा सोध के नशहरों तो पिंड सैदू लैके आए, जिथे बाबा करम सिंह जी ज्योति जोत समाए सी। इस भगवान नूं नमस्कार करके अरदास कीती ते खैराबाद लिया के महाराज दे शरीर नूं एक तख्त पोश ते स्थापन किया, इशनान कराया। ते इस तरह नाल फिर महापुरखां दा जो शरीर सी वो जल प्रवाह किया गया। हुण बाबा ज्वाला सिंह जी ते हरखोवाल सन, ते बाबा आया सिंह जी होती मरदान जो अजकल पाकिस्तान दे विच है उत्थे। पर महापुरख अंदरलियां तारां जुड़ियां होईयां ते महापुरखां नूं जदों ये पता लग्या दिव दृष्टि नाल भी मेरे गुरुदेव शरीर का त्याग कर गए, 3 दिन महापुरख अपनी कुटिया दे अंदर बैठे रहे, ना बाहर आए ना किसी नूं मिले। ते वचन पढ़िया करदे, जिस प्यारे सिओने हो तिस आगे मर चलीए, त्रिग जीवन संसार तां कै पाछै जीवना। विछोड़ा सुने दुख विंडिठे मरियोद, बाज प्यारे अपने बिरही ना धीरोद। संतां दी अजिही दशा जदों इलाके दीयां संगतां ने देखी, संगत भी उदास हो गई। संतां नूं सारे कहण लगे कि महाराज आप जी तो बिना असीं किस काम दे हां। तां महापुरुष कहंदे भी ऐं करो भी श्री अखंड पाठ साहब आरंभ करन दी तैयारी करो। पाठ आरंभ करके भोग तक दीवान सजे। 3 दिन संत श्री गुरु ग्रंथ साहिब महाराज जी दे एक पासे बैठ के बाणी सरवण करते रहे, पर अजे तक किसी नूं भी संतां ने यह भेद ना दसिया भी आखिर साडी उदासी का कारण की है। अखीर
अरदास करन वेले जदों अरदासीआ सिंह पुछण लग्या महाराज अरदास किस तरह करनी है, तां उस वेले संत बाबा ज्वाला सिंह जी कहण लगे कि साडे गुरुदेव बाबा आया सिंह जी ज्योति जोत समा गए हैं, उन्हां दे ज्योति जोत समाउण दी अरदास करनी है, जो कि सरीरक तौर पर सानू सदीवी विछोड़ा दे गए, परमात्मा की गोद विच जा विराजे हैं। सो अरदास ये करनी है कि जो वो असूल जो सानू जीवन बख्श के गए हैं वो शब्द स्वरूप दे नाल सानू जोड़ी रखण, ये बेनती करनी है। तो उस वेले फिर संगत नूं पता लग्या कि महापुरखां दे उदास होण दा कारण की सी। सो इस तरह दे नाल संतां दा जीवन बड़ी पवित्रता वाला जीवन, प्यार दा भरिया होया जीवन। सो पिंड बीबी दी पंडोरी दे जगीरदार सरदार दलीप सिंह, उहदे छोटे भरा सरदार गुरदयाल सिंह एक दिन संतां कोल आए ते बेनती करदिआं कहा कि दास कोल आप जी की बख्श दे नाल एक वधिया अराकी घोड़ा है, जदों भी आप जी का हुक्म होवे हाजिर कर दिता जाएगा, क्योंकि बाणी का फरमान है वस्तुआं उही सफल हैं जो महापुरुषों के काम आ जाण। तिनका खाधा पैदा माया सब पवित है, जो नाम हर राते। तिनके घर मंदिर महल सराई सब पवित हैं, जिनी गुरमुख सेवक सिख अभयागत जाए बरसाते। तिनके तुरे जीन खुरगीर सब पवित हैं, जिनी गुरमुख सिख साध संत चढ़ जाते। सो इत्थे हुण कई शंकावादी शंका करदे भी महापुरखां दे देखो जी कपड़ियां नूं संगतां मत्थे टेकदियां, जुत्तियां नूं संतां मत्थे टेकदियां, महापुरखां दियां निशानियां नूं संतां नमस्कारां करदियां। वो अणजाण लोग उन्हां नूं नहीं पता भी जिहड़ी वस्तु महापुरुषां दे शरीर नाल छो गई वो पूजण योग हो गई। जिस तरह हरखवाल साहब महापुरखां दियां चरण छो प्राप्त सरीरक छो प्राप्त वस्तुआं हन, राड़ा साहब महापुरुषां दियां सरीरक छो प्राप्त वस्तुआं हन, नानकसर हन, होर अनेक स्थानां दे उत्ते महापुरुषां साधुआं दियां सरीरक छो प्राप्त वस्तुआं संगतां शरधा नाल दर्शन भी करदियां ते प्रेम पूर्वक नमस्कार भी करदियां। सो भाव दर्शन करके नमस्कार करन तो भाव ये है बई वो महापुरखां दे सरीरक शोध दे नाल पवित्र हो चुकियां वस्तुआं हन ते वो पवित्र वस्तुआं पूजण योग हन ते उन्हां दे दर्शन करके महापुरखां दा प्यार हिरदे विच वसदा है। सो इस तरह नाल जदों हुण ये परिवार ने आके बेनती कीती, बेनती नूं स्वीकारदिआं जदों भी संतां ने दूर नेड़े जाना हुंदा तां घोड़ा मंगवा लैंदे, तां महापुरख उस घोड़े ते सवार होके जाया करदे। इस तो अगे दी जो विचार है वो महाराज जी की किरपा दे नाल आपां अगले समय दे विच जिवें जिवें महाराज करवाउणगे आपां करांगे जी। आप जी सारियां संगतां दा तै दिलों धन्नवाद। आप जी अपने रुझेविआं भरे समय दे विचों समां कढ के महापुरखां दी प्यार भरी जीवन साखी सरवण करदे हो। इसे तरह महाराज आपां सारिआं नूं समां बख्शदे रहण, होईआं बेअंत भुल्लां दी मुआफ़ी बख्श देनी जी। अरदास करनी सच्चे पातशाह दे चरनां च भी महाराज सानूं जोड़ी रखण जी सारिआं नूं। आओ 2-4 मिनट जिहड़े रहिंदे ने नाम जप के सफले करिए जी।